कि ਜ਼ਮੀਨ ਉੱਪਰ ਮਹਿਜ ਫਸਲਾਂ ਬੀਜਣਾ ਖੇਤੀ ਨਹੀਂ। ਖੇਤੀ ਤਾਂ ਇੱਕ ਵਿਲੱਖਣ ਸੁਮੇਲ ਹੈ। ਫਸਲਾਂ, ਰੁੱਖਾਂ, ਜੀਵਾਂ, ਪੰਛੀਆਂ ਤੇ ਪਸ਼ੂ ਤੱਕ। ਅਸੀਂ ਹੁਣ ਤੁਹਾਨੂੰ ਐਡਵੋਕੇਟ ਕਹੀਏ ਜਾਂ ਫਿਰ ਕਿਸਾਨ, ਇਹ ਅਸੀਂ ਛੱਛੋਪੰਜ ਵਿੱਚ ਪਏ ਹੋਏ ਹਾਂ। ਜੇ ਹੁਣ ਤੁਸੀਂ ਮੈਨੂੰ ਪੁੱਛੋ ਕਿ ਜਾਇਦਾਦ ਦੀ ਪਰਿਭਾਸ਼ਾ ਕੀ ਹੈ, ਤਾਂ ਹੁਣ ਮੇਰੀਆਂ ਨਜ਼ਰਾਂ ਦੇ ਵਿੱਚ ਜਾਇਦਾਦ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਆਉਂਦੀ ਹੈ। ਇਹਦੇ ਵਿੱਚ ਮੇਰਾ ਪਸੀਨਾ ਡੁੱਲਿਆ ਹੋਇਆ। ਹੁਣ ਪਸੀਨੇ ਨੂੰ ਤੁਸੀਂ ਕਾਹਦੇ ਨਾਲ ਕੈਲਕੂਲੇਟ ਕਰੋਗੇ? ਸੋ ਵਨਸਪਤੀ ਜੀਵਾਂ ਨੂੰ ਪਾਲੇ, ਜੀਵ ਵਨਸਪਤੀ ਨੂੰ ਪਾਲੇ, ਇਹੀ ਸਾਡੀ ਖੇਤੀ ਹੁੰਦੀ ਸੀ। ਜਿੰਨੀਆਂ ਵਸਤੂਆਂ ਤੁਹਾਡੇ ਕੋਲੇ ਥੋੜੀਆਂ ਨੇ, ਉਹਨੇ ਤੁਸੀਂ ਜ਼ਿਆਦਾ ਸੌਖੇ ਹੋਵੋਗੇ। ਮੈਂ ਉਹ ਲਾਈਫ ਸਟਾਈਲ ਜਿਉਂ ਕੇ ਆਇਆ ਜਦੋਂ ਮੈਂ 1.5 ਲੱਖ ਮਹੀਨੇ ਦਾ ਕਮਾਉਂਦਾ ਸੀ, ਬ੍ਰਾਂਡਡ ਕੱਪੜੇ ਪਾਉਂਦਾ ਸੀ, ਗੱਡੀ ਵੀ ਬਦਲਣੀ, ਮੋਬਾਈਲ ਵੀ ਬਦਲਣਾ। ਉਸ ਲਾਈਫ ਸਟਾਈਲ ਦੇ ਵਿੱਚ ਤੇ ਜਿਹੜਾ ਮੈਂ ਹੁਣ ਲਾਈਫ ਸਟਾਈਲ ਜਿਉਂ ਰਿਹਾ, ਦਿਨ ਰਾਤ ਦਾ ਫਰਕ ਹੈ। ਸ਼ੁਰੂ ਤੋਂ ਮੇਰਾ ਸੁਭਾਅ ਹੈਗਾ, ਲੋਕ ਕੀ ਕਹਿਣਗੇ, ਮੈਨੂੰ ਸਲਾਉਣਗੇ, ਮੈਨੂੰ ਨਿੰਦਣਗੇ, ਮੈਂ ਕਦੇ ਵੀ ਪਰਵਾਹ ਨਹੀਂ ਕੀਤੀ। ਇਸ ਖੇਤ ਦੇ ਵਿੱਚ ਟੋਟਲ 1500 ਰੁੱਖ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ 120 ਪ੍ਰਜਾਤੀਆਂ ਦੇ ਰੁੱਖ ਹੈ। ਉਹ ਸਾਰੇ ਦੇਸੀ ਬੀਜਾਂ ਦੇ ਉੱਤੇ ਕੰਪਨੀਆਂ, ਮਲਟੀਨੈਸ਼ਨਲ ਕੰਪਨੀਆਂ ਨੇ ਕਬਜ਼ਾ ਕਰ ਲਿਆ। ਸਾਨੂੰ ਵਾਪਸ ਕੁਦਰਤ ਪੱਖੀ ਜੀਵਨ ਤੇ ਆਉਣਾ ਪੈਣਾ ਹੈਗਾ। ਸਾਦਗੀ ਤੁਹਾਡਾ ਗਹਿਣਾ ਹੈ, ਸਾਦਗੀ ਤੁਹਾਡੀ ਸਟਰੈਂਥ ਹੈ, ਤੁਹਾਡੀ ਤਾਕਤ ਹੈ। ਸਾਦਗੀ ਤੁਹਾਡੀ ਭਾਸ਼ਾ ਦੇ ਵਿੱਚ, ਸਾਦਗੀ ਤੁਹਾਡੀ ਬੋਲੀ ਦੇ ਵਿੱਚ, ਸਾਦਗੀ ਤੁਹਾਡੇ ਪਹਿਰਾਵੇ 'ਚ, ਸਾਦਗੀ ਤੁਹਾਡੇ ਖਾਣੇ ਦੇ ਵਿੱਚ। ਜੇਕਰ ਤੁਸੀਂ ਖੁਸ਼ੀ ਦਾ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਦਗੀ ਵੱਲ ਨੂੰ ਜਾਣਾ ਪੈਣਾ ਹੈ। ਕੋਈ ਵੀ ਕੰਮ ਹੈਗਾ ਤੁਹਾਡੇ ਪਾਗਲਪਨ ਦੇ ਨਾਲ, ਤੁਹਾਡੇ ਜਨੂਨ ਨਾਲ ਹੀ ਫਤਿਹ ਕੀਤੇ ਜਾਂਦੇ ਆ। ਨਮਸਕਾਰ, ਮੈਂ ਨੀਤੂ ਸ਼ਰਮਾ। ਤੁਸੀਂ ਦੇਖ ਰਹੇ ਹੋ ਪ੍ਰਤਾਪ ਸਿੰਘ ਢਿੱਲੋਂ ਦੀ ਲੋਕ ਭਲਾਈ ਕੈਨੇਡਾ ਟੀਵੀ ਤੋਂ ਜਿਹੜੀ ਟੀਮ ਆਈ ਆ, ਅੱਜ ਪਿੰਡ ਰੱਤੇਵਾਲ ਵਿਖੇ ਪਹੁੰਚੀ ਆ, ਜਿਸ ਦਾ ਨਾਮ ਹੈ ਸੋਹਣ ਸਿੰਘ ਗੜ੍ਹ ਰੱਤੇਵਾਲ। ਇੱਥੇ ਕੁਦਰਤੀ ਖੇਤੀ ਦੇ ਨਜ਼ਾਰੇ ਜਿਹੜੇ ਆ ਆਮ ਚਰਚਾ ਵਿੱਚ ਤੁਸੀਂ ਸੁਣੇ ਹੋਵੋਗੇ ਹਰ ਸੋਸ਼ਲ ਮੀਡੀਆ ਤੇ। ਇਸ ਏਰੀਆ ਵਿੱਚ ਤੁਸੀਂ ਪਹੁੰਚੋਗੇ ਤਾਂ ਇੱਕ ਨਾਮ ਗੂੰਜਦਾ ਹੈ, ਕਮਲਜੀਤ ਸਿੰਘ ਹੇਅਰ ਦਾ, ਜੋ ਕਿ ਕੁਦਰਤੀ ਖੇਤੀ ਦੇ ਮਾਹਰ ਹਨ। ਇਹਨਾਂ ਵੱਲੋਂ ਜੋ ਖੇਤੀ ਉਗਾਈ ਜਾਂਦੀ ਹੈ, ਬਹੁਤ ਦੂਰੋਂ ਦੂਰੋਂ ਆ ਕੇ ਲੋਕ ਲੈ ਕੇ ਜਾਂਦੇ ਹਨ ਇਹਨਾਂ ਦੀ ਬੀਜੀ ਹੋਏ ਜੋ ਵੀ ਫੂਡਸ ਵਗੈਰਾ ਹਨ। ਅਸੀਂ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਦੇਖਦੇ ਹਾਂ ਵੀ ਉਹਨਾਂ ਦਾ ਕੀ ਕਹਿਣਾ ਹੈ। ਜੀ ਸਰ, ਪਹਿਲਾਂ ਤਾਂ ਤੁਹਾਡਾ ਲੋਕ ਭਲਾਈ ਨਿਊਜ਼ ਚੈਨਲ ਵਿੱਚ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ। ਅਸੀਂ ਹੁਣ ਤੁਹਾਨੂੰ ਐਡਵੋਕੇਟ ਕਹੀਏ ਜਾਂ ਫਿਰ ਕਿਸਾਨ, ਇਹ ਅਸੀਂ ਛੱਛੋਪੰਜ ਵਿੱਚ ਪਏ ਹੋਏ ਹਾਂ। ਕਹਿ ਲਓ ਜੀ। ਅੱਛਾ, ਚਲੋ ਅੱਜ ਅਸੀਂ ਕਿਸਾਨ ਜੀ ਨਾਲ ਗੱਲ ਕਰਾਂਗੇ। ਕਮਲਜੀਤ ਸਿੰਘ ਹੇਅਰ ਜੋ ਕਿ ਕਿਸਾਨੀ ਕੁਦਰਤੀ ਖੇਤੀ ਦੇ ਕਿਸਾਨ ਹਨ, ਤੇ ਜਾਣਾਂਗੇ ਉਹ ਜਿਹੜੀ ਐਡਵੋਕੇਟ ਜੋ ਵਕੀਲੀ ਨੂੰ ਛੱਡ ਕੇ, ਜੋ ਕਿ ਇਹਨਾਂ ਜੋ ਵਕੀਲ ਸੀਗੇ ਲੋਕਾਂ ਕੋ ਇਹਨਾਂ ਕੋਲੋਂ ਟਾਈਮ ਲੈਣਾ ਪੈਂਦਾ ਸੀਗਾ, ਕਾਰਨ ਕੀ ਸੀ? ਇਹਨਾਂ ਦੀ ਵਕਾਲਤ ਬਹੁਤ ਹੀ ਫੇਮਸ ਸੀ। ਅੱਜ ਪੁੱਛਦੇ ਇਹਨਾਂ ਕਿ ਜੋ ਕਿ ਇਹ ਕੁਦਰਤੀ ਖੇਤੀ ਦੇ ਵਿੱਚ ਪਏ, ਇਹਦਾ ਕਾਰਨ ਕੀ ਹੋਇਆ? ਸੋਹਣਗੜ੍ਹ ਰੱਤੇਵਾਲਾ ਇਹ ਫਿਰੋਜ਼ਪੁਰ ਡਿਸਟ੍ਰਿਕਟ ਦਾ ਲਾਸਟ ਪਿੰਡ ਹੈਗਾ। ਮੈਂ ਵਕੀਲ ਸੀ, ਵਕਾਲਤ ਕਰਦਾ ਸੀ। ਸਨ 2000 ਤੋਂ ਵਕਾਲਤ ਸ਼ੁਰੂ ਕੀਤੀ ਸੀ। ਮੁਕਤਸਰ ਸਾਡੇ ਡਿਸਟ੍ਰਿਕਟ ਹੈੱਡਕੁਆਟਰ ਹੈਗਾ ਤੇ ਇਸ ਵਕਾਲਤ ਦੇ ਸਮੇਂ ਦੌਰਾਨ ਹੀ ਮੇਰੀ ਫੈਮਿਲੀ 'ਚ 2 ਅਨਨੈਚੁਰਲ ਡੈਥ ਹੋਈਆਂ। ਮੇਰੇ ਫਾਦਰ ਸਾਹਿਬ 53 ਈਅਰ ਏਜ ਦੇ ਵਿੱਚ ਚਲੇ ਗਏ। ਮੇਰਾ ਛੋਟਾ ਬ੍ਰਦਰ 10 ਸਾਲ ਦੀ ਉਮਰ 'ਚ ਬ੍ਰੇਨ ਟਿਊਮਰ ਨਾਲ ਚਲਾ ਗਿਆ। ਮੇਰੇ ਗ੍ਰੈਂਡਫਾਦਰ ਦੀ ਏਜ 101 ਸਾਲ ਸੀ। ਇਹ ਗੱਲ ਬੜੀ ਪਰੇਸ਼ਾਨ ਕਰਦੀ ਸੀ ਕਿ ਇੱਕ ਦਾਦੇ ਦੀ ਉਮਰ 101 ਸਾਲ, ਪੁੱਤ ਦੀ ਉਮਰ 53 ਸਾਲ, ਪੋਤਰੇ ਦੀ ਉਮਰ 10 ਸਾਲ, ਕੁਛ ਨਾ ਕੁਛ ਤਾਂ ਹੈ ਜੋ ਗਲਤ ਹੋ ਹੀ ਜਾਂਦਾ ਹੈ। ਜਦੋਂ ਡੀਪਲੀ ਸਟੱਡੀ ਕੀਤਾ ਤਾਂ ਪਤਾ ਲੱਗਿਆ ਕਿ ਜਿਹੜਾ ਸਾਡਾ ਫੂਡ ਹੈ ਇਹ ਸਾਰਾ ਹੀ ਜ਼ਹਿਰੀਲਾ ਹੋ ਗਿਆ ਹੈ। ਫੂਡ ਕਿੱਥੋਂ ਆਉਂਦਾ ਹੈ? ਖੇਤ ਦੇ ਵਿੱਚੋਂ ਆਉਂਦਾ ਹੈ, ਖੇਤੀ ਤੋਂ ਆਉਂਦਾ ਹੈ। ਖੇਤੀ ਕਿਹੜੀ? ਜ਼ਹਿਰੀਲੀ ਖੇਤੀ। ਖੇਤੀ ਖੁਰਾਕ ਤੇ ਸਿਹਤ ਦਾ ਬਹੁਤ ਗਹਿਰਾ ਸੰਬੰਧ ਹੈ। ਸਾਡੀ ਸਿਹਤ ਵੈਸੀ ਹੋਊਗੀ ਜੈਸਾ ਸਾਡਾ ਫੂਡ ਹੋਊਗਾ, ਫੂਡ ਸਾਡਾ ਵੈਸਾ ਹੀ ਹੋਊਗਾ ਜੈਸੀ ਸਾਡੀ ਖੇਤੀ ਹੋਊਗੀ। ਜੇ ਪੰਜਾਬ ਦੇ ਵਿੱਚ ਜ਼ਹਿਰੀਲੀ ਖੇਤੀ ਹੈਗੀ ਹੈ ਤਾਂ ਉੱਥੋਂ ਦਾ ਭੋਜਨ ਵੀ ਜ਼ਹਿਰੀਲਾ ਹੋਊਗਾ ਤੇ ਲੋਕ ਵੀ ਬਿਮਾਰ ਹੋਣਗੇ। ਤਾਂ ਇਹ ਸਮਝ ਬਣੀ ਤਾਂ ਪਤਾ ਲੱਗਿਆ ਕਿ ਸਾਡੀ ਖੇਤੀ ਦਾ
ਤਰੀਕਾ ਗਲਤ ਹੈ, ਢੰਗ ਗਲਤ ਹੈ, ਤਾਂ ਮੈਨੂੰ ਬਦਲਵੇਂ ਮਾਡਲ ਤੇ ਕੰਮ ਕਰਨਾ ਚਾਹੀਦਾ ਹੈ, ਬਦਲਵਾਂ ਢੰਗ ਕਰਨਾ ਚਾਹੀਦਾ ਹੈ। ਤਾਂ ਮੈਂ 2015 ਦੇ ਵਿੱਚ ਆਪਣੀ ਵਕਾਲਤ ਪੂਰੀ ਤਰ੍ਹਾਂ ਨਾਲ ਛੱਡਿਆ ਆ ਤੇ ਇੱਥੇ ਖੇਤਾਂ ਦੇ ਵਿੱਚ ਇੱਕ ਬਦਲਵੇਂ ਮਾਡਲ ਦੀ ਖੋਜ ਦੇ ਨਿਕਲ ਪਿਆ। ਤਾਂ 2013 ਦੇ ਵਿੱਚ ਮੈਂ ਸਟਾਰਟ ਕੀਤਾ ਸੀ। 13 ਤੋਂ 15 ਦੋਨੋਂ ਕੰਮ ਕਰਦਾ ਰਿਹਾ, ਵਕਾਲਤ ਵੀ ਖੇਤੀ ਵੀ। ਤੇ 15 ਦੇ ਵਿੱਚ ਆ ਕੇ ਮੈਂ ਵਕਾਲਤ ਛੱਡਿਆ ਆ। ਜਦੋਂ ਵਕਾਲਤ ਛੱਡ ਕੇ ਆਇਆ ਉਦੋਂ 1.5-2 ਲੱਖ ਰੁਪਏ ਮਹੀਨੇ ਦੀ ਮੇਰੀ ਵਕਾਲਤ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਇਸ ਖੇਤਾਂ ਦੇ ਵਿੱਚ ਹੀ ਹਾਂ। ਵਕਾਲਤ ਛੱਡਣ ਦਾ ਕਾਰਨ ਤੁਹਾਡਾ ਇਹੀ ਹੋਵੇ ਕਿ ਤੁਹਾਡੇ ਜੋ ਪਰਿਵਾਰਕ ਵਿੱਚ ਖੇਤੀ ਜੋ ਵੀ ਅਨਾਜ ਉਗਦਾ ਆ, ਆਮ ਅਸੀਂ ਲੈਂਦੇ ਕੈਮੀਕਲ ਵਾਲਾ, ਉਸ ਦੇ ਕਾਰਨ ਹੀ ਤੁਸੀਂ ਇਹ ਵਕਾਲਤ ਛੱਡੀ ਤੇ ਕੁਦਰਤੀ ਖੇਤੀ ਨੂੰ ਅਪਣਾਇਆ? ਬਿਲਕੁਲ, ਖੇਤੀ ਦਾ ਜੋ ਤਰੀਕਾ ਹੈ ਸਾਡਾ ਉਹ ਗਲਤ ਹੈਗਾ। ਇਹ ਖੇਤੀ ਦਾ ਜਿਹੜਾ ਮਾਡਲ ਹੈਗਾ, ਇਹਦੇ ਨਾਲ ਜਿਹੜੀ ਸਾਡਾ ਭੋਜਨ ਪੈਦਾ ਹੁੰਦਾ ਹੈ ਉਹ ਜ਼ਹਿਰੀਲਾ ਭੋਜਨ ਹੈ ਤੇ ਇਹ ਖੇਤੀ ਜਿਹੜੀ ਹੈਗੀ ਹੈ ਇਹ ਸਾਨੂੰ ਗੁਲਾਮੀ ਵੱਲ ਨੂੰ ਲੈ ਕੇ ਜਾਂਦੀ ਹੈਗੀ ਹੈ। ਅਸੀਂ ਕਾਰਪੋਰੇਟ ਦੇ ਗੁਲਾਮ ਹੋ ਗਏ ਹਾਂ। ਜੇ ਅਸੀਂ ਆਤਮ ਨਿਰਭਰ ਖੇਤੀ ਕਰਨੀ ਹੈਗੀ ਹੈ, ਜਿਹੜੀ ਖੇਤੀ ਮੇਰਾ ਦਾਦਾ ਕਰਦਾ ਹੁੰਦਾ ਸੀ, ਜਿਹੜਾ ਸਾਨੂੰ ਬਾਜ਼ਾਰ ਦਾ ਗੁਲਾਮ ਨਹੀਂ ਬਣਾਉਂਦੀ ਸੀ, ਤਾਂ ਸਾਨੂੰ ਖੇਤੀ ਦਾ ਨਵਾਂ ਮਾਡਲ ਲੱਭਣਾ ਪੈਣਾ ਹੈ। ਤਾਂ ਮੈਂ ਉਸ ਨਵੇਂ ਮਾਡਲ ਦੀ ਖੋਜ ਦੇ, ਖੇਤੀ ਦੇ ਨਵੇਂ ਢੰਗ ਦੀ ਖੋਜ ਦੇ ਵਿੱਚ ਨਿਕਲਿਆ ਸੀ। ਤਾਂ ਮੈਨੂੰ ਪਤਾ ਸੀ ਰਸਤਾ ਬਹੁਤ ਮੁਸ਼ਕਿਲ ਹੈਗਾ। ਇਹ ਰਸਤੇ ਖੋਜਣ ਦੇ ਉੱਤੇ ਸਾਨੂੰ ਕਾਫੀ ਸਮਾਂ ਲੱਗਣਾ ਹੈ। ਤਾਂ 4-5 ਸਾਲਾਂ ਦੇ ਵਿੱਚ ਉਸ ਮਾਡਲ ਦੀ ਖੋਜ ਹੋਈ। ਹੁਣ ਉਸ ਮਾਡਲ ਨੂੰ ਸਪਰੈਡ ਕਰਨ ਦੇ ਉੱਤੇ ਅੱਗੇ ਕੰਮ ਵਧਾ ਰਹੇ ਹਾਂ। ਮੇਰੇ ਗੁਰੂ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ, ਜਿਨ੍ਹਾਂ ਨਾਲ ਮੇਰਾ ਮੇਲ ਹੋਇਆ, ਉਹਨਾਂ ਨੂੰ ਪੁੱਛਿਆ ਮੈਂ ਕਿ ਡਾਕਟਰ ਸਾਹਿਬ ਖੇਤੀ ਕਿਹਨੂੰ ਕਹਿੰਦੇ ਆ? ਉਹਨਾਂ ਦਾ ਬੜਾ ਸੋਹਣਾ ਜਵਾਬ ਸੀ ਖੇਤੀ ਦੇ ਬਾਬਤ ਕਿ ਜ਼ਮੀਨ ਉੱਪਰ ਮਹਿਜ ਫਸਲਾਂ ਬੀਜਣਾ ਖੇਤੀ ਨਹੀਂ। ਖੇਤੀ ਤਾਂ ਇੱਕ ਵਿਲੱਖਣ ਸੁਮੇਲ ਹੈ। ਫਸਲਾਂ, ਰੁੱਖਾਂ, ਸੂਖਮ ਜੀਵਾਂ, ਪੰਛੀਆਂ ਤੇ ਪਸ਼ੂ ਧਨ ਦਾ 5 ਚੀਜ਼ਾਂ ਮਿਲ ਕੇ ਖੇਤੀ ਬਣਦੀ ਹੈ। ਜਦੋਂ 5 ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਤਾਂ ਫਿਰ ਇਹ ਇੱਕ ਦੂਸਰੇ ਦੀਆਂ ਪੂਰਕ ਬਣ ਜਾਂਦੀਆਂ। ਵਨਸਪਤੀ ਤੇ ਜੀਵ ਜਗਤ ਇੱਕ ਦੂਸਰੇ ਨੂੰ ਪਾਲਦੇ ਆ। ਅਸੀਂ ਜਦੋਂ ਜੰਗਲ ਨੂੰ ਦੇਖਦੇ ਹਾਂ, ਜੰਗਲ ਦੇ ਵਿੱਚ ਕੋਈ ਵੀ ਪਾਣੀ ਦੇਣ ਨਹੀਂ ਜਾਂਦਾ, ਜੰਗਲ ਦੇ ਵਿੱਚ ਕੋਈ ਵੀ ਖਾਦ ਦੇਣ ਨਹੀਂ ਜਾਂਦਾ। ਜੰਗਲ ਦੇ ਵਿੱਚ ਸਭ ਕੁਝ ਆਪਣੇ ਆਪ ਉਗਦਾ ਹੈ ਤੇ ਸਾਰੇ ਜੰਗਲ ਦੇ ਵਿੱਚ ਰਹਿਣ ਵਾਲੇ ਜੀਵ ਉੱਥੋਂ ਦੀ ਵਨਸਪਤੀ ਨੂੰ ਪਾਲਦੇ ਆ ਤੇ ਉਹ ਜਿਹੜੇ ਵਨਸਪਤੀ ਹੈਗੀ ਹੈ ਉਹ ਜੀਵਾਂ ਨੂੰ ਪਾਲਦੀ ਹੈ। ਤਾਂ ਖੇਤੀ ਦੀ ਪਰਿਭਾਸ਼ਾ ਜੋ ਡਾਕਟਰ ਓਮ ਪ੍ਰਕਾਸ਼ ਰੁਪੇਲਾ ਨੇ ਦਿੱਤੀ ਸੀ, ਉਹਦੇ ਤੋਂ ਇਹ ਅਰਥ ਨਿਕਲਦਾ ਸੀ ਕਿ ਤੁਹਾਡੇ ਖੇਤ ਦੀ ਵਨਸਪਤੀ ਤੁਹਾਡੇ ਜੀਵਾਂ ਦਾ ਪੋਸ਼ਣ ਕਰੇ ਤੇ ਤੁਹਾਡੇ ਖੇਤ ਦੇ ਜੀਵ ਤੁਹਾਡੀ ਵਨਸਪਤੀ ਦਾ ਪੋਸ਼ਣ ਕਰਨ। ਤਾਂ ਮੇਰੇ ਖੇਤ ਦੇ ਵਿੱਚ ਇਹੀ ਹੈਗਾ। ਮੇਰੇ ਖੇਤ ਦੇ ਜਿਹੜਾ ਪਸ਼ੂ ਧਨ ਹੈ, ਜੋ ਜੀਵ ਜਗਤ ਹੈ ਇੱਥੇ, ਚਾਹੇ ਉਹਦੇ 'ਚ ਮੁਰਗੀਆਂ, ਚਾਹੇ ਖਰਗੋਸ਼, ਬੱਤਕਾਂ, ਜੋ ਵੀ ਹੈ, ਉਹ ਸਾਰਿਆਂ ਦਾ ਮਲ ਮੂਤਰ ਹੈ ਜੋ ਉਹ ਮੇਰੀ ਵਨਸਪਤੀ ਨੂੰ ਪਾਲਦਾ ਹੈ। ਤਾਂ ਮੇਰੀ ਵਨਸਪਤੀ ਦੇ ਵਿੱਚ ਜੋ ਵੀ ਕੁਛ ਹੈ, ਚਾਹੇ ਉਹ ਫਸਲਾਂ ਨੇ, ਚਾਹੇ ਉਹ ਘਾਹ ਫੂਸ ਹੈ, ਜੋ ਵੀ ਕੁਛ ਹੈ, ਪੱਤੇ ਨੇ, ਉਹ ਸਾਰੇ ਮੇਰੀ ਵਨਸਪਤੀ, ਮੇਰੀ ਜੀਵਾਂ ਨੂੰ ਪਾਲਦੇ ਆ। ਸੋ ਵਨਸਪਤੀ ਜੀਵਾਂ ਨੂੰ ਪਾਲੇ, ਜੀਵ ਵਨਸਪਤੀ ਨੂੰ ਪਾਲੇ। ਇਹੀ ਸਾਡੀ ਖੇਤੀ ਹੁੰਦੀ ਸੀ। ਸਨ 70 ਤੋਂ ਪਹਿਲਾਂ ਸਾਡੀ ਖੇਤੀ ਇਸੇ ਤਰ੍ਹਾਂ ਦੀ ਹੁੰਦੀ ਸੀ। ਖੇਤੀ ਦਾ ਮਾਡਲ ਚੇਂਜ ਹੋ ਗਿਆ ਗ੍ਰੀਨ ਰੈਵੋਲੂਸ਼ਨ ਆਉਣ ਦੇ ਨਾਲ। ਸਨ 70 ਤੋਂ ਬਾਅਦ 70 ਤੋਂ ਬਾਅਦ ਸਭ ਕੁਝ ਖੇਤੀ ਚੋਂ ਗਾਇਬ ਹੋ ਗਿਆ। ਪਸ਼ੂ ਧਨ ਖੇਤੀ ਚੋਂ ਬਾਹਰ ਹੋ ਗਿਆ। ਬਹੁ ਫਸਲੀ ਪ੍ਰਣਾਲੀ ਖੇਤੀ ਚੋਂ ਬਾਹਰ ਹੋ ਗਈ। ਹੁਣ ਸਿਰਫ ਤੇ ਸਿਰਫ ਜਿਹੜੀਆਂ ਹੈਗੀਆਂ ਮੋਨੋਕਲਚਰ ਆ ਗਿਆ। ਦੋ ਹੀ ਤਰ੍ਹਾਂ ਦੀਆਂ ਫਸਲਾਂ, ਝੋਨਾ ਹੈ ਜਾਂ ਕਣਕ ਹੈ, ਤਾਂ ਉਹਨੂੰ ਅਸੀਂ ਬਾਹਰ ਤੋਂ ਫੀਡ ਦਿੰਨੇ ਹੈਗੇ ਆ, ਯੂਰੀਆ, ਕੈਮੀਕਲਸ ਦੇ ਰੂਪ ਦੇ ਵਿੱਚ। ਤਾਂ ਇਹ ਖੇਤੀ ਨੇ ਸਾਨੂੰ ਬਾਜ਼ਾਰ ਦਾ ਗੁਲਾਮ ਬਣਾ ਦਿੱਤਾ। ਤਾਂ ਕਿਸਾਨ ਜਿਹੜਾ ਹੈ ਬਾਜ਼ਾਰ ਦਾ ਗੁਲਾਮ ਹੋ ਗਿਆ। ਤਾਂ ਸਾਨੂੰ ਜੋ ਆਤਮ ਨਿਰਭਰ ਮਾਡਲ ਹੈ ਉਹ ਸਾਨੂੰ ਵਾਪਸ ਉਸੇ ਮਾਡਲ ਤੇ ਜਾਣਾ ਪੈਣਾ ਜੋ ਮਾਡਲ 70 ਤੋਂ ਪਹਿਲਾਂ ਚੱਲਦਾ ਸੀ। ਸਰ, ਗੱਲ ਕਰੀਏ ਅਸੀਂ ਖੇਤੀ ਦੀ, ਤੇ ਇਸ ਜੋ ਤੁਸੀਂ ਕੁਦਰਤੀ ਖੇਤੀ ਅਪਣਾਈ ਆ, ਇਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਹੋਣਾ ਜਿੱਥੇ ਤੱਕ ਤੁਸੀਂ ਹੁਣ ਪਹੁੰਚੇ ਹੋ। ਬਿਲਕੁਲ, ਜਦੋਂ ਨਵਾਂ ਰਸਤਾ ਤੁਸੀਂ ਤਲਾਸ਼ਣਾ ਹੈਗਾ, ਕੋਈ ਆਸਾਨ ਨਹੀਂ ਹੁੰਦਾ। ਨਵੇਂ ਰਸਤੇ ਦੀ ਖੋਜ ਬਹੁਤ ਔਖੀ ਹੁੰਦੀ ਹੈ ਤੇ ਮੈਂ ਵੀ ਬਹੁਤ ਸਟਰਗਲ ਕੀਤਾ ਹੈਗਾ। ਇਸ ਖੇਤ ਦੇ ਵਿੱਚ ਇੱਕ ਨਹਿਰ ਪਸੀਨੇ ਦੀ ਡੁੱਲੀ ਹੋਣੀ ਹੈ ਮੇਰੀ, ਬਹੁਤ ਘਾਟੇ ਸਹੇ ਨੇ ਤੇ ਫਿਰ ਜਾ ਕੇ ਇਹ ਸਭ ਕੁਝ ਖੜਾ ਹੋਇਆ ਹੈ। ਸਟਰਗਲ ਤਾਂ ਤੁਹਾਨੂੰ ਲਾਈਫ ਦੇ ਵਿੱਚ ਕਰਨਾ ਹੀ ਪੈਣਾ। ਜਦੋਂ ਤੁਸੀਂ ਨਵੇਂ ਰਸਤੇ ਚੁਣਨੇ ਆ ਤਾਂ ਸਟਰਗਲ ਕਰਨਾ ਹੀ ਪਊਗਾ। ਇਸ ਦਾ ਕੋਈ ਰਾਏ ਨਹੀਂ ਹੈ, ਦੋ ਰਾਏ ਨਹੀਂ ਹੈ। ਮੈਂ ਉਸ ਅਲਟਰਨੇਟਿਵ ਮਾਡਲ ਤੇ ਕੰਮ ਕੀਤਾ। ਉਸ ਅਲਟਰਨੇਟਿਵ ਮਾਡਲ ਨੂੰ ਜਿਹੜੀ ਸਾਨੂੰ ਉਮੀਦ ਸੀ ਕਿ ਅਸੀਂ 3-4 ਸਾਲਾਂ ਦੇ ਵਿੱਚ ਖੜਾ ਕਰ ਲਾਂਗੇ, ਉਹਦੇ ਤੇ 5-6 ਸਾਲ ਲੱਗੇ ਮੈਨੂੰ। ਹੁਣ ਸਾਡਾ ਉਹ ਮਾਡਲ ਖੜਾ ਹੋਇਆ। ਹੁਣ ਅਸੀਂ ਇਸ ਮਾਡਲ ਨੂੰ ਸਪਰੈਡ ਕਰ ਰਹੇ ਹਾਂ। ਇਸ ਮਾਡਲ ਨੂੰ ਡਾਕਟਰ ਰੁਪੇਲਾ ਮੇਰੇ ਗੁਰੂ ਹੁਣ ਨਹੀਂ ਰਹੇ ਇਸ ਦੁਨੀਆ ਤੇ, ਉਹਨਾਂ ਦਾ ਮੰਨਣਾ ਸੀਗਾ ਕਿ ਅਸੀਂ ਇੱਕ ਮਾਡਲ ਦੀ ਖੋਜ ਕਰਾਂਗੇ, ਫਿਰ ਉਸ ਮਾਡਲ ਨੂੰ ਅਸੀਂ ਸਪਰੈਡ ਕਰਾਂਗੇ, ਫੈਲਾਵਾਂਗੇ ਪੰਜਾਬ ਦੇ ਵਿੱਚ। ਫੈਲਾਉਣ ਦਾ ਕੰਮ ਜਿਹੜਾ ਹੈਗਾ ਅਸੀਂ ਇੱਕ ਟ੍ਰੇਨਿੰਗ ਇੰਸਟੀਚਿਊਟ ਦੇ ਰੂਪ ਵਿੱਚ ਕਰ ਰਹੇ ਹਾਂ। ਹੁਣ ਅਸੀਂ ਇਸ ਟ੍ਰੇਨਿੰਗ ਇੰਸਟੀਚਿਊਟ, ਸਾਡੀ ਬਿਲਡਿੰਗ ਬਣ ਰਹੀ ਹੈਗੀ ਆ, ਉਹਦੇ ਵਿੱਚ ਅਸੀਂ ਟ੍ਰੇਨਿੰਗ ਦਿੰਦੇ ਹਾਂ ਕੁਦਰਤੀ ਖੇਤੀ ਦੀ। ਜਿਨ੍ਹਾਂ ਕਿਸਾਨਾਂ ਨੇ ਇਸ ਖੇਤੀ ਸ਼ੁਰੂ ਕਰਨੀ ਹੈਗੀ ਆ, ਉਹ ਸਾਡੇ ਤੋਂ ਟ੍ਰੇਨਿੰਗ ਲੈਣ ਵਾਸਤੇ ਆਉਂਦੇ ਨੇ। ਉਹਦੇ ਵਿੱਚ ਸਾਡੇ ਕੋਲੇ 8 ਲੋਕਾਂ ਦੇ ਰਹਿਣ ਦਾ ਇੱਥੇ ਪ੍ਰਬੰਧ ਹੈਗਾ। 8 ਕਿਸਾਨ ਸਾਡੇ ਕੋਲ ਇੱਥੇ ਰਹਿ ਸਕਦੇ ਨੇ। ਅਸੀਂ 5 ਦਿਨਾਂ ਦੇ ਵਿੱਚ ਉਹਨਾਂ ਨੂੰ ਟੋਟਲ ਖੇਤੀ ਦਾ ਸਾਰਾ ਕਨਸੈਪਟ ਸਮਝਾਉਂਦੇ ਹਾਂ, ਇਹਦੀ
ਵੈਲਿਊ ਐਡੀਸ਼ਨ ਕਿਵੇਂ ਕਰਨੀ ਹੈ, ਇਹਨੂੰ ਪੈਸਟ ਮੈਨੇਜਮੈਂਟ ਕਿਵੇਂ ਕਰਨੀ ਹੈ, ਮਾਰਕੀਟਿੰਗ ਕਿਵੇਂ ਕਰਨੀ ਹੈ। ਤਾਂ ਪੂਰਾ ਸਿਲੇਬਸ ਜਿਹੜਾ ਹੈਗਾ 5 ਦਿਨਾਂ ਦੇ ਵਿੱਚ ਅਸੀਂ ਉਹ ਕਵਰ ਕਰਦੇ ਹਾਂ। ਸਰ ਗੱਲ ਕਰਦੇ ਹਾਂ ਪਸ਼ੂ ਪਕਸ਼ੀਆਂ ਦੀ। ਇਹ ਜਿਹੜੇ ਪਸ਼ੂ ਪਕਸ਼ੀ ਤੁਸੀਂ ਰੱਖੇ ਹੋਏ ਨੇ, ਅਸੀਂ ਵੀ ਦੇਖੇ ਨੇ, ਇਹਨਾਂ ਦਾ ਕੁਦਰਤੀ ਖੇਤੀ ਦੇ ਨਾਲ ਕਿਸ ਤਰ੍ਹਾਂ ਸੰਬੰਧਿਤ ਕੀਤਾ ਤੁਸੀਂ? ਕੀ ਇਹਨਾਂ ਦੇ ਰੱਖਣ ਦੇ ਨਾਲ ਕੀ ਕੁਦਰਤੀ ਖੇਤੀ ਨੂੰ ਕੁਝ ਫਾਇਦਾ ਹੁੰਦਾ ਹੈ? ਬਿਲਕੁਲ, ਮੈਂ ਜਿਵੇਂ ਅੱਗੇ ਕਹਿ ਕੇ ਹਟਿਆ ਹੈਗਾ ਕਿ ਜੰਗਲ ਦੇ ਵਿੱਚ ਜੋ ਵੀ ਜੀਵ ਜਗਤ ਰਹਿੰਦਾ ਹੈ ਉਹ ਸਾਰਾ ਜੀਵ ਜਗਤ ਜੰਗਲ ਤੋਂ ਹੀ ਪਲਦਾ ਹੈ। ਜੰਗਲ ਦੇ ਵਿੱਚ ਬਾਂਦਰ ਵੀ ਰਹਿੰਦੇ ਨੇ, ਉੱਥੇ ਸੱਪ ਕਿਰਲੀਆਂ ਚੂਹੇ ਜੋ ਵੀ ਰਹਿੰਦਾ ਹੈ ਉਹ ਸਾਰਿਆਂ ਨੂੰ ਭੋਜਨ ਕੋਈ ਬਾਹਰ ਤੋਂ ਦੇਣ ਨਹੀਂ ਜਾਂਦਾ। ਉਹ ਸਾਰਾ ਭੋਜਨ ਉੱਥੋਂ ਹੀ ਖਾਂਦੇ ਆ, ਉੱਥੋਂ ਦੀ ਵਨਸਪਤੀ ਤੋਂ, ਘਾਹ ਫੂਸ ਤੋਂ, ਰੁੱਖਾਂ ਤੋਂ, ਨਦੀਨਾਂ ਤੋਂ। ਉੱਥੇ ਜਿਹੜੀ ਵਨਸਪਤੀ ਹੈਗੀ ਹੈ, ਜੋ ਵੀ ਉੱਥੇ ਹੈਗਾ, ਉੱਥੇ ਪੰਛੀਆਂ ਦੇ ਨਾਲ ਬੀਜ ਚਲੇ ਗਏ ਨੇ, ਉੱਥੇ ਬਾਜਰਾ ਵੀ ਹੈ ਉਗ ਰਿਹਾ ਹੈਗਾ, ਮੱਕੀ ਵੀ ਹੈ, ਉੱਥੇ ਜਾਮੁਨ ਦਾ ਰੁੱਖ ਵੀ ਹੈ। ਉਹਨਾਂ ਸਭ ਨੂੰ ਵੀ ਕੋਈ ਜਿਹੜਾ ਹੈਗਾ ਖਾਦ ਦੇਣ ਕੋਈ ਨਹੀਂ ਜਾਂਦਾ, ਕੋਈ ਪਾਣੀ ਪਾਉਣ ਨਹੀਂ ਜਾਂਦਾ। ਉਹ ਕਾਹਦੇ ਨਾਲ ਪਲਦੇ ਨੇ? ਉਹਨਾਂ ਨੂੰ ਜੋ ਜੀਵ ਜਗਤ ਹੈਗਾ, ਇਹਨਾਂ ਦਾ ਮਲ ਮੂਤਰ ਹੈ, ਇਹਨਾਂ ਦੀਆਂ ਬਿੱਠਾਂ ਨੇ, ਉਹ ਸਾਰਿਆਂ ਦੇ ਨਾਲ ਉਹ ਪਲਦੇ ਨੇ। ਸੋ ਇਹਨਾਂ ਜਾਨਵਰਾਂ ਦਾ ਜੋ ਮਲ ਮੂਤਰ ਹੈ ਉਹ ਪੌਦਿਆਂ ਦੀ ਖੁਰਾਕ ਹੈ। ਤਾਂ ਇਹ ਜੀਵ ਜਗਤ ਤੋਂ ਬਿਨਾਂ ਖੇਤੀ, ਕੁਦਰਤੀ ਖੇਤੀ ਸੰਭਵ ਨਹੀਂ ਹੈ। ਇਹ ਖੇਤੀ ਤਾਂ ਹੀ ਪੋਸੀਬਲ ਹੈਗੀ ਹੈ ਜੇ ਤੁਹਾਡੇ ਕੋਲੇ ਪਸ਼ੂ ਧਨ ਜੀਵ ਜਗਤ ਹੈ ਤਾਂ। ਸੋ ਇਹ ਜੀਵ ਜਗਤ ਤੋਂ ਬਿਨਾਂ ਕੁਦਰਤੀ ਖੇਤੀ ਸੰਭਵ ਨਹੀਂ ਹੈ। ਸਰ ਇਹ ਪਸ਼ੂ ਪਕਸ਼ੀ ਜੋ ਵੀ ਹੈ ਤੁਸੀਂ ਰੱਖਿਆ, ਇਹਨਾਂ ਦੀਆਂ ਜੋ ਵੀ ਮਲ ਮੂਤਰ ਤੁਸੀਂ ਕਹਿ ਰਹੇ ਆ ਵੀ ਜੋ ਵੀ ਬਿੱਠਾ ਵਗੈਰਾ ਕੁਝ ਵੀ ਹੈਗਾ, ਇਹਨਾਂ ਦੇ ਨਾਲ ਤੁਸੀਂ ਆਰਗੈਨਿਕ ਖਾਦ ਕਿਵੇਂ ਬਣਾਉਂਦੇ ਹੋ? ਇਹ ਸਾਰਾ ਜੋ ਵੀ ਮਲ ਮੂਤਰ ਹੈ ਇਹਨੂੰ ਅਸੀਂ ਕੰਪੋਸਟ ਕਰਦੇ ਹੈਗੇ ਆ। ਕੰਪੋਸਟ ਦੇ ਕਈ ਤਰੀਕੇ ਹੈਗੇ ਆ, ਉਹਨਾਂ ਦੇ ਵਿੱਚੋਂ ਇੱਕ ਤਰੀਕਾ ਵਰਮੀ ਕੰਪੋਸਟ ਵੀ ਹੈਗਾ, ਜਿਹੜਾ ਤੁਸੀਂ ਇਹ ਦੇਖ ਰਹੇ ਹੈਗੇ ਹੋ। ਇਹਦੇ ਵਿੱਚ ਇਹ ਜਾਨਵਰਾਂ ਦਾ ਮਲ ਮੂਤਰ ਹੈ, ਵਿੱਚ ਗਾਂ ਦਾ, ਪਸ਼ੂਆਂ ਦਾ ਗੋਬਰ ਹੈਗਾ। ਇਹਦੇ ਵਿੱਚ ਵਰਮ ਛੱਡੇ ਹੋਏ ਨੇ, ਐਲੀਸੀਨਾ ਫੋਈਟੀਡਾ ਇੱਕ ਗਡੋਏ ਹੁੰਦੇ ਆ, ਤਾਂ ਉਹ ਇਹਦੇ ਵਿੱਚ ਛੱਡੇ ਹੋਏ ਆ। ਉਹ ਇਹਨੂੰ ਖਾ ਕੇ ਕਨਵਰਟ ਕਰ ਦਿੰਦੇ ਆ, ਕੰਪੋਸਟ ਖਾਦ ਬਣਾ ਦਿੰਦੇ ਆ। ਤੋ ਇਹਦੇ ਤਰੀਕੇ ਹੋਰ ਵੀ ਕਈ ਨੇ। ਡੀਪ ਕੰਪੋਸਟਿੰਗ ਵੀ ਹੈਗਾ। ਕੰਪੋਸਟਿੰਗ ਕਰਦੇ ਹਾਂ ਅਸੀਂ, ਇਹਨੂੰ ਗਾਲਦੇ ਹਾਂ, ਕਹਿਣ ਤੋਂ ਭਾਵ ਇਹਨੂੰ ਅਸੀਂ ਗਾਲ ਕੇ ਜੋ ਮਲ ਮੂਤਰ ਹੈਗਾ ਉਹਨੂੰ ਅਸੀਂ ਕੰਪੋਸਟ ਕਰਕੇ ਤੋੜ ਕੇ ਤੇ ਪੌਦਿਆਂ ਵਾਸਤੇ ਜਿਹੜੀ ਹੈਗੀ ਹੈ ਇਹ ਖੁਰਾਕ ਬਣ ਜਾਂਦੀ ਹੈ, ਉਹਨਾਂ ਦੀ ਖਾਦ ਬਣ ਜਾਂਦੀ ਹੈ। ਸਰ ਆਰਗੈਨਿਕ ਖੇਤੀ ਦੇ ਨਾਲ ਤੁਸੀਂ ਜੋ ਵੀ ਗੱਲਬਾਤ ਦੱਸੀ ਆ ਵੀ ਕਈ ਬਿਮਾਰੀਆਂ ਤੋਂ ਛੁਟਕਾਰਾ ਹੋਣ, ਇਸ ਦਾ ਕੋਈ ਹੈ ਆਪਣੇ ਪਰਿਵਾਰਿਕ ਮੈਂਬਰ ਵਿੱਚ ਜਾਂ ਫਿਰ ਲੋਕਾਂ ਨਾਲ ਤੁਸੀਂ ਜਿਹਨਾਂ ਦਵਾਈ ਦਿੱਤੀ ਉਹਨਾਂ ਨੂੰ ਕੋਈ ਫਰਕ ਪਿਆ? ਦਵਾਈਆਂ ਛੁੱਟੀਆਂ ਉਹਨਾਂ ਦੀਆਂ ਕਿਸੇ ਦੀ? ਬਿਲਕੁਲ ਜੀ, ਖੇਤੀ, ਖੁਰਾਕ ਤੇ ਸਿਹਤ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਇਹਨਾਂ ਦਾ ਬਹੁਤ ਗਹਿਰਾ ਸੰਬੰਧ ਹੈ ਆਪਸ ਵਿੱਚ। ਸਾਡੀ ਸਿਹਤ ਵੈਸੀ ਹੋਊਗੀ ਜੈਸੀ ਸਾਡੀ ਖੁਰਾਕ ਹੋਊਗੀ, ਸਾਡੀ ਖੁਰਾਕ ਵੈਸੀ ਹੋਊਗੀ ਜੈਸੀ ਸਾਡੀ ਖੇਤੀ ਹੋਊਗੀ। ਜੇ ਸਾਡੀ ਖੇਤੀ ਜ਼ਹਿਰੀਲੀ ਹੈ ਤਾਂ ਸਾਡੀ ਖੁਰਾਕ ਵੀ ਜ਼ਹਿਰੀਲੀ ਹੋਊਗੀ। ਮੈਂ ਤਾਂ ਖੁਦ ਆਪਣੇ ਤੇ ਜਿਹੜਾ ਹੈਗਾ, ਮੇਰਾ ਪਰਸਨਲ ਐਕਸਪੀਰੀਅੰਸ ਹੈਗਾ। ਮੈਨੂੰ 3-4 ਬਿਮਾਰੀਆਂ ਸੀਗੀਆਂ ਜਿਨ੍ਹਾਂ ਦਾ ਐਲੋਪੈਥੀ 'ਚ ਕੋਈ ਇਲਾਜ ਨਹੀਂ ਸੀਗਾ, ਤੇ ਜਦੋਂ ਵਕਾਲਤ ਕਰਦਾ ਸੀ ਤਾਂ ਬੜਾ ਪੀੜਤ ਸੀ, ਬੜਾ ਦੁਖੀ ਸੀ ਉਹਨਾਂ ਚੀਜ਼ਾਂ ਤੋਂ। ਤਾਂ ਇੱਥੇ ਹੁਣ ਇਹ ਜ਼ਹਿਰ ਮੁਕਤ ਖੇਤੀ ਕਰਦਾ ਹੈ, ਤਾਂ ਮੇਰੇ ਘਰ ਦੇ ਵਿੱਚ ਜੋ ਵੀ ਫੂਡ ਜਾਂਦਾ ਹੈ ਉਹ ਸਾਰਾ 99% ਫੂਡ ਮੇਰੇ ਇੱਥੋਂ ਫਾਰਮ ਤੋਂ ਜਾਂਦਾ ਹੈ, ਉਹ ਸਾਰਾ ਫੂਡ ਜ਼ਹਿਰ ਮੁਕਤ ਹੈਗਾ। ਤਾਂ ਜ਼ਹਿਰ ਮੁਕਤ ਫੂਡ ਖਾਣ ਤੋਂ ਬਾਅਦ ਸਾਡੇ ਸਰੀਰ ਦੀ ਇਮਿਊਨਿਟੀ ਇੰਨੀ ਸਟਰੋਂਗ ਹੋ ਜਾਂਦੀ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਸਨ ਲੈਣ ਦੀ ਲੋੜ ਨਹੀਂ ਹੈ। ਤਾਂ ਉਹ ਸਾਰੀਆਂ ਬਿਮਾਰੀਆਂ ਦੇ ਵਿੱਚੋਂ ਨਿਕਲਿਆ ਹੋਇਆ। ਕਿਸੇ ਵੀ ਤਰ੍ਹਾਂ ਦਾ ਹੁਣ ਸਾਡਾ ਪਰਿਵਾਰਿਕ ਮੈਂਬਰ ਹੈਗੇ ਆ, ਕਦੇ ਕੋਈ ਸਿਰ ਦੁਖਦੇ ਦੀ ਗੋਲੀ ਵੀ ਨਹੀਂ ਲੈ ਕੇ ਦੇਖੀ ਅਸੀਂ। ਤਾਂ ਸਾਡੀ ਸਿਹਤ ਦਾ ਸੰਬੰਧ ਤਾਂ ਸਾਡੇ ਫੂਡ ਨਾਲ ਹੈ। ਸਾਡਾ ਜੇਕਰ ਡੀਜ਼ਲ ਇੰਜਨ ਦੇ ਵਿੱਚ ਮਿੱਟੀ ਦਾ ਤੇਲ ਪਾਓਗੇ ਤਾਂ ਡੀਜ਼ਲ ਇੰਜਨ ਨੇ ਖਰਾਬ ਹੋਣਾ ਹੀ ਹੋਣਾ ਹੈ। ਜੋ ਸਾਡਾ ਸਰੀਰ ਹੈਗਾ ਇਹਦੇ ਵਿੱਚ ਜਿਸ ਤਰ੍ਹਾਂ ਦਾ ਭੋਜਨ ਅਸੀਂ ਪਾਵਾਂਗੇ ਤੇ ਉਹੋ ਜਿਹੇ ਰਿਜ਼ਲਟ ਸਾਨੂੰ ਮਿਲਣਗੇ। ਅੱਜ ਅਸੀਂ ਪੀੜਤ ਹੈਗੇ ਆ, ਸਭ ਦਾ ਸੰਬੰਧ ਸਾਡੇ ਫੂਡ ਨਾਲ ਹੀ ਹੈ। ਫੂਡ ਸਹੀ ਹੈ ਤਾਂ ਸਾਡੀ ਸਿਹਤ ਵੀ ਠੀਕ ਹੈ। ਨੈਚੁਰਲ ਖੇਤੀ ਵਿੱਚ ਤੁਸੀਂ ਕਿਹੜੀ ਚੀਜ਼ ਉਗਾਉਂਦੇ ਹੋ ਇੱਥੇ? ਤੁਹਾਡਾ ਵਧੀਆ ਸਵਾਲ ਹੈਗਾ। ਕੈਮੀਕਲ ਖੇਤੀ ਦੇ ਵਿੱਚ 2 ਫਸਲੀ ਪ੍ਰਣਾਲੀ ਹੈ। ਉੱਥੇ ਸਿਰਫ ਤੁਸੀਂ ਨਿਗਾਹ ਮਾਰੋਗੇ ਇਸ ਸਮੇਂ ਦਾ ਤੁਹਾਨੂੰ ਝੋਨਾ ਹੀ ਝੋਨਾ ਸਾਰੇ ਆਸੇ-ਪਾਸੇ ਪੰਜਾਬ ਦੇ ਵਿੱਚ ਦਿਖੂਗਾ। ਹਾੜੀ ਦੇ ਸੀਜ਼ਨ ਦੇ ਵਿੱਚ ਨਿਗਾਹ ਮਾਰੋਗੇ ਤਾਂ ਸਾਰੇ ਪਾਸੇ ਕਣਕ ਹੀ ਕਣਕ ਦਿਖੂਗੀ। ਕੁਦਰਤੀ ਖੇਤੀ ਇਸ ਤਰ੍ਹਾਂ ਨਹੀਂ ਹੋ ਸਕਦੀ। ਕੁਦਰਤੀ ਖੇਤੀ ਕਦੇ ਵੀ 2 ਫਸਲਾਂ ਦੇ ਨਾਲ ਸੰਭਵ ਨਹੀਂ ਹੈ। ਇਹਦੇ ਵਿੱਚ ਤੁਹਾਨੂੰ ਇੱਕ ਤੋਂ ਜ਼ਿਆਦਾ ਫਸਲਾਂ ਕਰਨੀਆਂ ਪੈਣੀਆਂ। ਮੇਰੀਆਂ ਟੋਟਲ ਫਸਲਾਂ ਸਾਲ ਭਰ ਦੇ ਦੌਰਾਨ ਹਾੜੀ ਤੇ ਸੌਣੀ ਨੂੰ ਮਿਲਾ ਕੇ 50+ ਹੋ ਜਾਂਦੀਆਂ, ਜਿਹਦੇ ਵਿੱਚ ਦਾਲਾਂ ਆ ਗਈਆਂ, ਜਿਹਦੇ ਵਿੱਚ ਸਬਜ਼ੀਆਂ ਆ ਗਈਆਂ, ਤੇਲ ਬੀਜ ਆ ਗਏ, ਮਸਾਲੇ ਵਾਲੇ ਫਸਲਾਂ ਆ ਗਈਆਂ। ਇਹ ਸਾਰੀਆਂ ਟੋਟਲ ਮਿਲਾ ਕੇ 50+ ਫਸਲਾਂ ਜਿਹੜੀਆਂ ਸਾਲ ਭਰ ਦੇ ਦੌਰਾਨ ਹੋ ਜਾਂਦੀਆਂ। ਸਰ ਅਸੀਂ ਇੱਥੇ ਗੰਨਾ ਬੀਜਿਆ ਦੇਖਿਆ ਆ,
ਇਹ ਜਿਹੜੇ ਗੰਨਾ ਬੀਜਿਆ ਇਹ ਤੁਸੀਂ ਤੇ ਹੋਰ ਵੀ ਤੁਸੀਂ ਕਾਫੀ ਫਲ ਫਰੂਟ ਲਗਾਏ ਹੋਏ ਹਨ, ਇਹਨਾਂ ਨੂੰ ਤੁਸੀਂ ਮਾਰਕੀਟ ਵਿੱਚ ਕਿਸ ਤਰ੍ਹਾਂ ਪਹੁੰਚਾਉਂਦੇ ਹੋ? ਕੁਦਰਤੀ ਖੇਤੀ ਦੇ ਵਿੱਚ ਮਾਰਕੀਟਿੰਗ ਕਿਸਾਨ ਨੂੰ ਖੁਦ ਹੀ ਕਰਨੀ ਪੈਂਦੀ ਹੈ। ਮੈਂ ਆਪਣੀ ਮਾਰਕੀਟਿੰਗ ਖੁਦ ਕਰਦਾ ਹੈਗਾ। ਮੈਂ ਕੁਝ ਵੀ ਸਮਾਨ ਆਨਲਾਈਨ ਨਹੀਂ ਦਿੰਦਾ, ਕੋਈ ਵੀ ਸਮਾਨ ਮੈਂ ਸ਼ਹਿਰ ਜਾ ਕੇ ਨਹੀਂ ਵੇਚਦਾ। ਮੇਰਾ ਜੋ ਵੀ ਸਮਾਨ ਹੈ, ਮੈਂ ਸ਼ਹਿਰ ਤੋਂ 25 ਕਿਲੋਮੀਟਰ ਦੂਰ ਰਿਮੋਟ ਏਰੀਆ 'ਚ ਪੰਜਾਬ ਦੇ ਕੋਨੇ ਤੇ ਬੈਠਾ ਹੈਗਾ। ਮੇਰਾ ਸਾਰਾ ਹੀ ਸਮਾਨ ਇੱਥੋਂ ਫਾਰਮ ਤੋਂ ਹੀ ਸੇਲ ਹੁੰਦਾ ਹੈ। ਜੋ ਹੈਲਥ ਕੌਨਸ਼ੀਅਸ ਲੋਕ ਨੇ, ਜਿਨ੍ਹਾਂ ਨੂੰ ਆਪਣੀ ਸਿਹਤ ਦਾ ਫਿਕਰ ਹੈ, ਜਿਨ੍ਹਾਂ ਨੂੰ ਪਹਿਚਾਨ ਹੈਗੀ ਆਰਗੈਨਿਕ ਫੂਡ ਦੀ ਕਿ ਕੀ ਫਰਕ ਪੈਂਦਾ ਹੈਗਾ ਆਰਗੈਨਿਕ ਫੂਡ ਖਾਣ ਦੇ ਨਾਲ, ਜਿਹੜੇ ਕੌਨਸ਼ੀਅਸ ਨੇ, ਉਹ ਲੋਕ ਇੱਥੋਂ ਆ ਕੇ ਲੈ ਕੇ ਜਾਂਦੇ ਨੇ। ਚਾਹੇ ਉਹਨਾਂ ਨੂੰ 100 ਕਿਲੋਮੀਟਰ ਵੀ ਸਫ਼ਰ ਤੈਅ ਕਰਨਾ ਪਵੇ ਤਾਂ ਉਹ ਇੱਥੇ ਫਾਰਮ ਤੋਂ ਆ ਕੇ ਲੈ ਕੇ ਜਾਂਦੇ ਨੇ। ਸਾਰਾ ਸਮਾਨ ਮੇਰਾ ਜੋ ਵੀ ਮੇਰੀ ਪ੍ਰੋਡਿਊਸ ਹੈਗੀ ਹੈ ਉਹ ਸਾਰੀ ਮੇਰੇ ਫਾਰਮ ਤੋਂ ਹੀ ਸੇਲ ਹੁੰਦੀ ਹੈ, ਮੈਂ ਇੱਥੋਂ ਹੀ ਸੇਲ ਕਰਦਾ। ਪਰ ਸਰ ਇਹ ਵਿੱਚ ਕਾਫੀ ਮਿਹਨਤ ਕਰਨੀ ਪੈਂਦੀ ਆ ਵੀ ਇਹਨਾਂ ਦੇ ਰੇਟ ਵਿੱਚ ਵੀ ਕਾਫੀ ਫਰਕ ਹੋਣਾ। ਹਾਂ, ਰੇਟ ਦੇ ਵਿੱਚ ਜਿੱਥੇ ਸਾਡੀ ਪ੍ਰੋਡਕਸ਼ਨ ਬਹੁਤ ਘੱਟ ਹੈਗੀ ਹੈ, ਮੰਨ ਲਓ ਸਪੋਜ਼ ਕਰ ਲਓ ਕਿਸੇ ਫਸਲ ਦੀ ਪ੍ਰੋਡਕਸ਼ਨ ਸਾਡੀ 50% ਹੀ ਹੈ ਕੈਮੀਕਲ ਖੇਤੀ ਦੇ ਮੁਕਾਬਲੇ, ਤਾਂ ਸਾਨੂੰ ਉਹਦਾ ਰੇਟ ਡਬਲ ਕਰਨਾ ਹੀ ਪੈਣਾ ਹੈ। ਜਿੱਥੇ ਸਾਡੀ ਪ੍ਰੋਡਕਸ਼ਨ ਤਕਰੀਬਨ ਬਰਾਬਰ ਹੈਗੀ ਹੈ ਤਾਂ ਉੱਥੇ ਅਸੀਂ ਨੋਮੀਨਲ ਜਾਂ ਵੱਧ ਰੱਖਦੇ ਹੈਗੇ ਆ, ਤਾਂ ਉਹਦਾ ਪ੍ਰੋਡਕਸ਼ਨ ਦੇ ਹਿਸਾਬ ਦੇ ਨਾਲ ਹੈ। ਤੇ ਕਸਟਮਰ ਕਦੀ ਕੋਈ ਗੱਲ ਤਾਂ ਨਹੀਂ ਕਹਿੰਦਾ ਵੀ ਤੁਸੀਂ ਬਹੁਤ ਮਹਿੰਗੀ ਚੀਜ਼ ਦੇ ਰਹੇ ਹੋ ਇਸ ਤਰ੍ਹਾਂ? ਨਹੀਂ, ਬਿਲਕੁਲ ਵੀ ਨਹੀਂ ਕਹਿੰਦਾ, ਕਿਉਂਕਿ ਉਹਨੂੰ ਪਤਾ ਹੈਗਾ। ਸਪੋਜ਼ ਕਰ ਲਓ ਹਲਦੀ ਦਾ ਮੈਂ ਤੁਹਾਨੂੰ ਰੈਫਰੈਂਸ ਦਿੰਨਾ ਹੈਗਾ। ਹਲਦੀ ਪਾਊਡਰ ਜੇ ਮਾਰਕੀਟ ਦੇ ਵਿੱਚ ਰੇਟ 200 ਰੁਪਏ kg ਹੈ, ਤਾਂ ਮੈਂ ਜੇ ਉਹਦਾ ਰੇਟ 300 ਰੁਪਏ ਲਾਉਣਾ ਹੈਗਾ, ਤਾਂ ਜਦੋਂ ਤੁਸੀਂ ਉਹਨੂੰ ਹਲਦੀ ਨੂੰ ਯੂਜ਼ ਕਰੋਗੇ ਤਾਂ ਜਿਹੜੀ ਮਾਰਕੀਟ ਵਾਲੀ ਹਲਦੀ ਹੈਗੀ ਹੈ ਉਹ ਜੇਕਰ ਤੁਹਾਨੂੰ 3 ਚਮਚ ਪਾਉਣ ਦੀ ਲੋੜ ਹੈਗੀ ਹੈ ਤਾਂ ਇਹ ਹਲਦੀ 2 ਚਮਚ ਹੀ ਕਾਫੀ ਹੈ। ਤਾਂ ਉਨੀ ਜਿਹੜੀ ਹੈਗੀ ਹੈ ਉਹਦਾ ਘਟ ਜਾਣਾ ਹੈਗਾ, ਉਹਦੀ ਜ਼ਰੂਰਤ ਘਟ ਜਾਣੀ ਹੈਗੀ ਹੈ, ਤਾਂ ਨੈਟ ਰਿਜ਼ਲਟ ਉੱਥੇ ਹੀ ਆਉਣਾ ਹੈ। ਸਰ ਅਸੀਂ ਆ ਦੇਖ ਰਹੇ ਹਾਂ ਤੁਸੀਂ ਬੂਟੇ ਵਗੈਰਾ ਬਹੁਤ ਵਧੀਆ ਲਗਾਏ ਹੋਏ, ਆਂਵਲਾ ਵੀ ਲੱਗਿਆ ਹੋਇਆ ਆ। ਜਿਹੜੇ ਬੂਟੇ ਲਗਾਏ ਹੋਏ ਕਿਸ ਚੀਜ਼ ਦੇ ਆ, ਇਹਦਾ ਕੀ ਫਾਇਦਾ ਹੈ? ਟੋਟਲ ਮੇਰੇ ਖੇਤ ਦੇ ਵਿੱਚ ਸਾਡੀ ਖੇਤੀ ਰੁੱਖਾਂ ਤੋਂ ਬਿਨਾਂ ਨਹੀਂ ਹੋ ਸਕਦੀ। ਫਸਲਾਂ ਤੇ ਰੁੱਖ ਦੋਨੇ ਖੇਤੀ ਦਾ ਹਿੱਸਾ ਨੇ। ਇਸ ਖੇਤ ਦੇ ਵਿੱਚ ਟੋਟਲ 1500 ਰੁੱਖ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ 120 ਪ੍ਰਜਾਤੀਆਂ ਦੇ ਰੁੱਖ ਹੈ। ਜਿਵੇਂ ਤੁਸੀਂ ਕਿੱਕਰ, ਪਿੱਪਲ, ਬੋਰਡ, ਨਿੰਮ ਨਾ ਲਾਓਗੇ, ਇਸੇ ਤਰ੍ਹਾਂ 120 ਪ੍ਰਜਾਤੀਆਂ ਨੇ, ਜਿਹਦੇ ਵਿੱਚੋਂ ਤਕਰੀਬਨ 40 ਕਿਸਮ ਦਾ ਫਰੂਟ ਹੈ। 40 ਕਿਸਮ ਦੇ ਫਰੂਟ ਦੇ ਵਿੱਚੋਂ ਤਕਰੀਬਨ 25 ਕਿਸਮ ਦੇ ਫਰੂਟ ਨੂੰ ਹੁਣ ਫਰੂਟਿੰਗ ਹੋ ਰਹੀ ਹੈ। ਤਾਂ ਸਾਡੇ ਪੰਜਾਬ ਦੇ ਵਿੱਚ ਕੁਦਰਤ ਨੇ ਐਸਾ ਵਾਤਾਵਰਨ ਸਾਨੂੰ ਬਖਸ਼ਿਆ ਹੈਗਾ, ਐਸੀ ਮਿੱਟੀ ਸਾਨੂੰ ਬਖਸ਼ੀ ਹੈ, ਐਸੀਆਂ ਰੁੱਤਾਂ ਸਾਨੂੰ ਕੁਦਰਤ ਨੇ ਬਖਸ਼ੀਆਂ ਹੈਗੀਆਂ, ਇੱਥੇ ਬਹੁਤ ਕੁਝ ਹੋ ਸਕਦਾ, ਬਹੁਤ ਕੁਝ ਹੋ ਸਕਦਾ ਹੈ। 40 ਕਿਸਮ ਦਾ ਫਰੂਟ ਹੋ ਜਾਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ। ਸਰ ਜਿੱਥੇ ਗੱਲ ਕਰਦੇ ਅਸੀਂ ਰੁੱਖਾਂ ਦੀ ਵੀ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ, ਜਦੋਂ ਅਸੀਂ ਇਸ ਪਿੰਡ ਵਿੱਚ ਪਹੁੰਚੇ ਹਾਂ ਤੇ ਅਸੀਂ ਬਾਹਰ ਕਿਸੇ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਸਾਨੂੰ ਆਪਣਾ ਪਾਣੀ ਘਰ ਦਾ ਪਿਲਾਇਆ ਤੇ ਸਾਨੂੰ ਉਹ ਪਾਣੀ ਨਮਕੀਨ ਲੱਗਾ। ਪਰ ਜਦੋਂ ਅਸੀਂ ਇੱਥੇ ਪਹੁੰਚੇ ਤੇ ਡਰ ਦੇ ਮਾਰੇ ਪਾਣੀ ਨਹੀਂ ਪੀ ਰਹੇ ਸੀ, ਪਰ ਇੱਥੇ ਜੋ ਵੀ ਵਰਕਰ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਵਾਰ ਪਾਣੀ ਨੂੰ ਵਰਤ ਕੇ ਜ਼ਰੂਰ ਦੇਖੋ। ਅਸੀਂ ਜਦੋਂ ਪਾਣੀ ਪੀਤਾ ਤੇ ਉੱਥੇ ਦਾ ਤੇ ਇੱਥੇ ਦਾ ਬਹੁਤ ਫਰਕ ਪਿਆ, ਜਾਣੀ ਕਿ 50 ਮੀਟਰ ਦੀ ਦੂਰੀ ਤੇ ਉਹ ਘਰ ਆ। ਇਹ ਕਿਸ ਤਰ੍ਹਾਂ ਸੰਭਵ ਹੋਇਆ ਇੱਥੇ? ਦੇਖੋ, ਜਦੋਂ ਮੈਂ ਇਹ ਖੇਤੀ ਸਟਾਰਟ ਕੀਤੀ ਸੀਗੀ ਤਾਂ ਡਾਕਟਰ ਰੁਪੇਲਾ ਮੇਰੇ ਨਾਲ ਆਏ ਸੀ। ਤਾਂ ਜਦੋਂ ਤੁਸੀਂ ਖੇਤ 'ਚ ਐਂਟਰ ਕੀਤੇ ਤਾਂ ਡਾਕਟਰ ਸਾਹਿਬ ਕਹਿੰਦੇ ਮੈਂ ਪਾਣੀ ਪੀਣਾ। ਤਾਂ ਮੈਂ ਕਿਹਾ ਜੀ ਮੈਂ ਪਾਣੀ ਦੀ ਬੋਤਲ ਲੈ ਕੇ ਆਇਆ ਨਾਲ, ਤਾਂ ਮੈਂ ਘਰ ਤੋਂ ਪਾਣੀ ਲੈ ਕੇ ਆਇਆ ਸੀ। ਉਹ ਕਹਿੰਦੇ ਪਾਣੀ, ਮੈਂ ਕਿਹਾ ਜੀ ਇੱਥੋਂ ਦਾ ਪਾਣੀ ਪੀਣ ਯੋਗ ਨਹੀਂ ਹੈ। ਬੜੇ ਹੈਰਾਨ ਹੋਏ, ਪਾਣੀ ਪੀਣ ਯੋਗ ਨਹੀਂ ਹੈ? ਮੈਂ ਕਿਹਾ ਨਹੀਂ ਜੀ। ਤਾਂ ਅਸੀਂ ਉਦੋਂ ਖੇਤੀ ਸ਼ੁਰੂ ਕੀਤੀ, ਤਾਂ ਇਹਨਾਂ 8-9 ਸਾਲਾਂ ਦੇ ਦੌਰਾਨ ਅਸੀਂ ਇੰਨੇ ਰੁੱਖ ਲਾਏ, 1500 ਰੁੱਖ ਹੋ ਗਿਆ। ਰੁੱਖ ਲੱਗਣ ਦੇ ਨਾਲ ਮੇਰੀ ਜ਼ਮੀਨ ਦਾ ਜਿਹੜਾ ਹੈਗਾ ਗਰਾਊਂਡ ਵਾਟਰ ਪਾਣੀ ਉਹ ਅਪ ਵੀ ਹੋਇਆ, ਲੈਵਲ ਅਪ ਹੋਇਆ ਉਹਦਾ, ਪਲੱਸ ਜਿਹੜਾ ਹੈਗਾ ਉਹਦਾ ਪਾਣੀ ਮਿੱਠਾ ਹੋਇਆ। ਹੁਣ ਜਿਹੜਾ ਤੁਸੀਂ ਪਾਣੀ ਪੀਤਾ ਹੈਗਾ ਉਹ ਪੂਰਾ ਮਿੱਠਾ ਪਾਣੀ ਹੈਗਾ। ਤਾਂ ਗਰਾਊਂਡ ਵਾਟਰ ਜਿਹੜਾ ਹੈਗਾ ਉਹ ਮਿੱਠਾ ਹੋ ਜਾਂਦਾ। ਉਹਦਾ ਵੱਡਾ ਕਾਰਨ ਜਿਹੜਾ ਹੈਗਾ ਕਿ ਅਸੀਂ ਇੱਥੇ ਜ਼ਹਿਰਾਂ ਨਹੀਂ ਪਾਉਂਦੇ, ਉਸ ਕਰਕੇ ਧਰਤੀ ਦੇ ਵਿੱਚ ਮਾਈਕਰੋਬ, ਸੂਖਮ ਜੀਵ ਵੱਧ ਜਾਂਦੇ ਆ, ਉਹ ਧਰਤੀ ਦੇ ਵਿੱਚ ਮੋਰੀਆਂ ਕਰ ਦਿੰਦੇ ਨੇ। ਤਾਂ ਬਾਰਿਸ਼ ਦਾ ਜਿੰਨਾ ਪਾਣੀ ਹੈ ਉਹ ਸਾਰਾ ਰੀਚਾਰਜ ਹੁੰਦਾ ਹੈ। ਮੇਰੇ ਖੇਤ ਦੇ ਵਿੱਚ ਜਿੰਨੀ ਬਾਰਿਸ਼ ਹੋਈ ਆ ਪਿਛਲੇ 8 ਸਾਲਾਂ 'ਚ, ਉਹਦਾ ਇੱਕ ਤੁਪਕਾ ਪਾਣੀ ਦਾ ਵੀ ਖੇਤ ਤੋਂ ਬਾਹਰ ਨਹੀਂ ਗਿਆ। ਪਰ ਕੈਮੀਕਲ ਖੇਤੀ 'ਚ ਇਹ ਨਹੀਂ ਹੁੰਦਾ। ਕੈਮੀਕਲ ਖੇਤੀ ਦੇ ਵਿੱਚ ਅਸੀਂ ਹਾਰਡ ਪੈਨ ਬਣਾਤਾ ਥੱਲੇ ਜ਼ਮੀਨ ਦੇ ਵਿੱਚ, ਜ਼ਿਆਦਾ ਹੈਵੀ ਮਸ਼ੀਨਰੀ ਚਲਾ ਕੇ, ਜ਼ਹਿਰਾਂ ਪਾ ਕੇ ਜ਼ਮੀਨ ਦਾ ਬਹੁਤ ਸਖਤ ਕੜ ਬਣ ਗਿਆ ਥੱਲੇ, ਉਹ ਟੁੱਟ ਨਹੀਂ ਰਿਹਾ ਹਾਰਡ ਪੈਨ। ਤਾਂ ਉਹਦੇ ਕਰਕੇ ਸਾਰਾ ਪਾਣੀ ਜਿਹੜਾ ਹੈਗਾ ਵਹਿ ਕੇ ਨਦੀਆਂ ਨਾਲਿਆਂ ਰਾਹੀਂ ਉਹ ਪਾਣੀ ਚਲਾ ਜਾਂਦਾ ਬਾਹਰ, ਤੇ ਪਾਣੀ ਰੀਚਾਰਜ ਨਹੀਂ ਹੁੰਦਾ। ਜੇ ਬਾਰਿਸ਼ ਦਾ ਪਾਣੀ ਤੁਹਾਡੇ ਖੇਤ ਥੱਲੇ ਗਰਾਊਂਡ ਵਾਟਰ ਤੇ ਰੀਚਾਰਜ ਹੋਊਗਾ ਤਾਂ ਨੈਚੁਰਲੀ ਹੈਗਾ ਤੁਹਾਡਾ ਖੇਤ ਦਾ ਪਾਣੀ ਸੁਧਰ ਜਾਣਾ ਹੈਗਾ। ਸੋ ਇੱਥੇ ਰੀਚਾਰਜ ਹੁੰਦਾ ਹੈ, ਉਹ ਸਾਰਾ ਬਾਰਿਸ਼ ਦਾ ਪਾਣੀ ਸਾਰਾ ਖੇਤ ਦੇ ਵਿੱਚ ਥੱਲੇ ਧਰਤੀ ਵਿੱਚ ਚਲਾ ਜਾਂਦਾ।
ਤੇ ਸਰ ਜਿਹੜੇ ਰੁੱਖ ਇਹਨਾਂ ਵਿੱਚ ਕੋਈ ਔਸ਼ਧੀ ਵੀ ਤੁਸੀਂ ਲਗਾਈ ਹੋਈ ਹੈ ਰੁੱਖਾਂ ਫੁੱਲਾਂ ਬਿਲਕੁਲ 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 ਇਹਦੇ ਵਿੱਚ ਰੁੱਖਾਂ ਦੇ ਵਿੱਚ ਬਹੁਤ ਡਾਇਵਰਸਿਟੀ ਹੈਗਾ। ਮੇਰੇ ਕੋਲ ਇੱਥੇ ਹਰਬਲ ਪਾਰਕ ਵੀ ਬਣਿਆ ਹੋਇਆ ਜਿਹਦੇ ਵਿੱਚ 50 ਕਿਸਮ ਦੀਆਂ ਜੜੀ ਬੂਟੀਆਂ ਵੀ ਹੈ ਨੇ। ਰੁੱਖਾਂ ਦੇ ਵਿੱਚ ਬਹੁਤ ਸਪੀਸੀਜ਼ ਨੇ। ਅਸੀਂ ਇੱਕ ਬੋਟੈਨੀਕਲ ਗਾਰਡਨ ਵੀ ਬਣਾਇਆ ਹੋਇਆ ਜਿਹਦੇ ਵਿੱਚ ਆਮਲਾ, ਹਰੜ, ਬਹੇੜਾ ਸਭ ਤਰ੍ਹਾਂ ਦੇ ਰੁੱਖ ਨੇ। ਸੋ ਰੁੱਖਾਂ ਦੇ ਵਿੱਚ ਬਹੁਤ ਡਾਇਵਰਸਿਟੀ ਹੈ। ਵੀ ਗੁਜ਼ਰ ਕੇ ਗਏ ਆ ਜਿਹੜੀ ਤੁਸੀਂ ਬਿਲਡਿੰਗ ਬਣਾਈ ਆ ਬਹੁਤ ਸੁੰਦਰ, ਪਰ ਸਾਨੂੰ ਇਸ ਬਿਲਡਿੰਗ ਦੇ ਬਾਰੇ ਦੱਸੋ ਵੀ ਜਿਹੜੀ ਬਿਲਡਿੰਗ ਹੈ ਇਹ ਬਣਾਉਣ ਦਾ ਕੀ ਕਾਰਨ ਹੈ? ਇਹ ਬਿਲਡਿੰਗ ਜਿਹੜੀ ਹੈਗੀ ਆ ਤੁਸੀਂ ਦੇਖ ਰਹੇ ਹੋ ਇਹ ਸਾਰੀ ਮੱਡ ਦੀ ਹੈ। ਇਹਦੇ ਵਿੱਚ 80% ਕੱਚੀ ਇੱਟ ਲੱਗੀ ਹੋਈ ਹੈ। ਜੋ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਬਿਲਡਿੰਗ ਹੁੰਦੀਆਂ ਸੀ ਉਹ ਸਾਰੀਆਂ ਕੱਚੀਆਂ ਹੁੰਦੀਆਂ ਸੀ ਸਾਡੇ ਪਿੰਡੂ ਦਿਹਾਤੀ ਏਰੀਆ ਦੇ ਵਿੱਚ। ਹੌਲੀ ਹੌਲੀ ਲੋਕ ਉਹਨਾਂ ਨੂੰ ਛੱਡ ਕੇ ਪੱਕੇ ਮਕਾਨਾਂ ਵੱਲ ਚਲੇ ਗਏ। ਇਹਦੀਆਂ ਦੋ ਕਮੀਆਂ ਹੁੰਦੀਆਂ ਸੀ ਇਸ ਬਿਲਡਿੰਗ ਦੀਆਂ। ਇੱਕ ਤਾਂ ਇਹਨਾਂ ਨੂੰ ਥੱਲੇ ਰੇਹੀ ਲੱਗ ਜਾਂਦੀ ਸੀ, ਮਕਾਨਾਂ ਨੂੰ ਥੱਲੇ ਉਹ ਕਮਜ਼ੋਰ ਪੈ ਜਾਂਦੇ ਸੀ ਸਮੇਂ ਦੇ ਹਿਸਾਬ ਨਾਲ। ਇੱਕ ਇਹਨਾਂ ਨੂੰ ਵਾਰ-ਵਾਰ ਲਿਪਣਾ ਪੈਂਦਾ ਸੀ। ਅਸੀਂ ਉਹ ਦੋਨੋਂ ਕਮੀਆਂ ਨੂੰ ਕੱਢਿਆ ਹੋਇਆ ਇਸ ਮਕਾਨ ਦੇ ਵਿੱਚ। ਇਹ ਥੱਲੇ 4-5 ਵਾਰ ਪੱਕੇ ਲਾਏ ਹੋਏ ਨੇ, ਪੱਕੀ ਇੱਟ ਲੱਗੀ ਹੋਈ ਹੈ। ਜਿਹੜਾ ਮੈਂ ਕਿਹਾ ਸੀ ਕਿ 20% ਪੱਕੀ ਇੱਟ ਲੱਗੀ ਹੋਈ ਹੈ, 80% ਇਹਦੇ ਵਿੱਚ ਕੱਚੀ ਇੱਟ ਹੈ। ਤੇ ਉੱਪਰ ਅਸੀਂ ਇਹਨੂੰ ਰੁੱਖਾਂ ਦੇ ਨਾਲ ਇਧਰੋਂ ਹੈਜ ਬਣਾ ਲਈ ਹੈ। ਇਹਦਾ ਤੂਤ ਲੱਗਿਆ ਹੋਇਆ, ਤੂਤ ਦੇ ਨਾਲ ਸਿੱਧੀ ਬਾਰਿਸ਼ ਇੱਥੇ ਉੱਤੇ ਪੈ ਹੀ ਨਹੀਂ ਸਕਦੀ ਇਸ ਬਿਲਡਿੰਗ ਦੀ। ਤਾਂ ਇਹ ਗਰਮ ਹਵਾਵਾਂ ਨਹੀਂ ਵੱਜ ਸਕਦੀਆਂ ਬਿਲਡਿੰਗ ਨੂੰ, ਤੇ ਮੀਂਹ ਹਨੇਰੀ ਨਹੀਂ ਇਸ ਬਿਲਡਿੰਗ ਤੇ ਵੱਜ ਸਕਦਾ। ਇਸ ਕਰਕੇ ਇਹਨੂੰ ਵਾਰ-ਵਾਰ ਲਿਪਣ ਦੀ ਲੋੜ ਨਹੀਂ ਹੈ। ਤੁਹਾਡੀ ਸਾਦਗੀ ਦੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਤੁਸੀਂ ਐਡਵੋਕੇਟ ਵੀ ਰਹੇ ਆ। ਤੁਹਾਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖੇ ਕੋਈ ਵੀ ਇਹ ਨਹੀਂ ਕਹਿੰਦਾ ਵੀ ਇੰਨੇ ਪੜ੍ਹੇ ਲਿਖੇ ਇੰਨੇ ਗ੍ਰੈਜੂਏਸ਼ਨ ਹੋ ਤੁਸੀਂ ਕੀਤੀ ਹੋਈ ਆ। ਐਡੀ ਵੱਡੀ ਕੋਠੀ ਨੂੰ ਛੱਡ ਕੇ ਤੁਸੀਂ ਇਹ ਜਿਹੜੇ ਕੱਚੇ ਮਕਾਨ ਬਣਾਏ ਹੋਏ ਆ, ਇਹਦਾ ਕਾਰਨ ਕੁਝ ਦੱਸੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਜਿਹੜੀ ਖੁਸ਼ੀ ਹੈ ਨਾ, ਅਸੀਂ ਹਰ ਕੋਈ ਇਨਸਾਨ ਖੁਸ਼ੀ ਭਾਲਦਾ ਹੈਗਾ, ਸੁੱਖ ਭਾਲਦਾ ਹੈਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਹੋਵਾਂ, ਮੇਰੇ ਕੋਲ ਦੁੱਖ ਨਾ ਆਉਣ। ਤਾਂ ਇਹ ਜਿਹੜੇ ਦੁੱਖ ਹੈ ਨਾ, ਕਿ ਜਿਹੜੀ ਖੁਸ਼ੀ ਹੈ, ਇਹ ਤੁਹਾਨੂੰ ਵਸਤੂਆਂ ਨਾਲ ਨਹੀਂ ਮਿਲ ਸਕਦੀ। ਜੇ ਤੁਹਾਡੇ ਕੋਲ ਜ਼ਿਆਦਾ ਵਸਤੂਆਂ ਨਾ, ਤਾਂ ਇਹ ਨਹੀਂ ਹੈਗਾ ਕਿ ਤੁਸੀਂ ਜ਼ਿਆਦਾ ਖੁਸ਼ ਹੋਵੋਗੇ। ਜਿੰਨੀਆਂ ਵਸਤੂਆਂ ਤੁਹਾਡੇ ਕੋਲੇ ਥੋੜੀਆਂ ਨੇ, ਉਹਨੇ ਤੁਸੀਂ ਜ਼ਿਆਦਾ ਸੌਖੇ ਹੋਵੋਗੇ। ਵਸਤੂਆਂ ਤੁਹਾਡੇ ਕੋਲੇ ਆਉਣ ਦੇ ਨਾਲ, ਸੁੱਖ ਸਹੂਲਤਾਂ ਦੇ ਸਾਧਨ ਆਉਣ ਦੇ ਨਾਲ ਤੁਸੀਂ ਪਰੇਸ਼ਾਨ ਹੋਵੋਗੇ। ਮੈਂ ਪਰਸਨਲੀ ਤੌਰ ਤੇ ਫੀਲ ਕਰਦਾ। ਮੈਂ ਉਹ ਲਾਈਫ ਸਟਾਈਲ ਜਿਉਂ ਕੇ ਆਇਆ ਜਦੋਂ ਮੈਂ 1.5 ਲੱਖ ਮਹੀਨੇ ਦਾ ਕਮਾਉਂਦਾ ਸੀ, ਬ੍ਰਾਂਡਡ ਕੱਪੜੇ ਪਾਉਂਦਾ ਸੀ, ਗੱਡੀ ਵੀ ਬਦਲਣੀ, ਮੋਬਾਈਲ ਵੀ ਬਦਲਣਾ। ਉਸ ਲਾਈਫ ਸਟਾਈਲ ਦੇ ਵਿੱਚ ਤੇ ਜਿਹੜਾ ਮੈਂ ਹੁਣ ਲਾਈਫ ਸਟਾਈਲ ਜਿਉਂ ਰਿਹਾ, ਦਿਨ ਰਾਤ ਦਾ ਫਰਕ ਹੈ। ਇੱਥੇ ਮੈਂ ਨੈਸੈਸਿਟੀ ਬੇਸਡ ਲਾਈਫ ਸਟਾਈਲ ਜਿਉਂ ਰਿਹਾ। ਮੈਨੂੰ ਜਿੰਨੀ ਕੁ ਜ਼ਰੂਰਤ ਹੈਗੀ ਹੈ, ਮੇਰੇ ਕੋਲ ਉਨਾ ਕੀ ਸਮਾਨ ਹੈ। ਮੇਰੇ ਕੋਲ ਇੰਨਾ ਕੁ ਸਮਾਨ ਹੈ ਕਿ ਇੱਕ ਸੂਟਕੇਸ 'ਚ ਹੀ ਪੈ ਜਾਊਗਾ। ਮੇਰੇ ਕੋਲ 4-5 ਕੁੜਤੇ ਪਜਾਮੇ ਨੇ, ਇੱਕ ਮੇਰੇ ਕੋਲ ਸ਼ੂਜ਼ ਦਾ ਜੋੜਾ ਹੈਗਾ ਜਿਹੜਾ ਟੁੱਟ ਗਿਆ ਸੀ ਤੇ ਮੈਂ ਇਹਨਾਂ ਨੂੰ ਗੰਢਾ ਲਿਆ ਥੱਲਿਓਂ। ਹਾਂ, ਇਹ 2 ਸਾਲ ਮੇਰਾ ਚੱਲ ਜਾਊਗਾ। ਤੇ ਮੈਨੂੰ ਜਿੰਨਾ ਮੈਂ ਸੋਚਦਾ ਹੈਗਾ ਕਿ ਜਿੰਨਾ ਮੇਰੇ ਕੋਲ ਸਮਾਨ ਥੋੜਾ ਹੈ, ਮੈਂ ਜ਼ਿਆਦਾ ਸੌਖਾ ਹਾਂ ਤੇ ਮੈਂ ਜ਼ਿਆਦਾ ਖੁਸ਼ ਹਾਂ। ਜ਼ਿਆਦਾਪਨ ਦੇ ਵਿੱਚ ਬਹੁਤ ਪ੍ਰੋਬਲਮਸ ਨੇ, ਥੋੜੇਪਨ ਦੇ ਵਿੱਚ ਖੁਸ਼ੀ ਹੈ। ਸੋ ਇਹ ਜਿਹੜੀ ਸਾਦਗੀ ਹੈਗੀ ਹੈ, ਇਹ ਆਪਣੀ ਖੁਸ਼ੀ ਲਈ ਹੈਗੀ ਹੈ, ਨਾ ਕਿਸੇ ਲਈ ਨਹੀਂ ਹੈ। ਮੈਂ ਇਹਦੇ ਨਾਲ ਖੁਸ਼ ਹਾਂ। ਤੇ ਲੋਕ ਤੁਹਾਨੂੰ ਮਜ਼ਾਕ ਨਹੀਂ ਉਡਾਉਂਦੇ ਇਦਾਂ? ਮੈਂ ਇਹਦੀ ਕਦੇ ਪਰਵਾਹ ਨਹੀਂ ਕੀਤੀ। ਮੈਂ ਜਦੋਂ ਵਕਾਲਤ ਕਰਦਾ ਸੀ ਤਾਂ ਲੋਕਾਂ ਨੂੰ ਮੇਰੇ ਤੱਕ ਜ਼ਰੂਰਤ ਸੀਗੀ। ਲੋਕ ਬਹੁਤ ਮੇਰੇ ਨਾਲ ਨੇੜਤਾ ਰੱਖਦੇ ਸੀ ਕਿ ਵਕੀਲ ਹੈ, ਕਿਤੇ ਕੰਮ ਪੈ ਸਕਦਾ। ਜਦੋਂ ਵਕਾਲਤ ਛੱਡ ਕੇ ਖੇਤਾਂ 'ਚ ਆ ਗਿਆ, ਰੁਲ ਗਿਆ ਇੱਥੇ, ਤਾਂ ਸਭ ਲੋਕ ਅੱਖਾਂ ਫੇਰ ਗਏ ਕਿ ਹੁਣ ਕੀ ਲੈਣਾ, ਹੁਣ ਤਾਂ ਇਹ ਖੇਤੀ ਕਰਨ ਲੱਗ ਪਿਆ ਨਾ, ਕਿਸਾਨ ਬਣ ਗਿਆ। ਮੈਂ ਉਦੋਂ ਵੀ ਪਰਵਾਹ ਨਹੀਂ ਕੀਤੀ। ਉਸ ਤੋਂ ਬਾਅਦ ਦੁਬਾਰਾ ਜਦੋਂ ਨਾਮ ਹੋ ਗਿਆ, ਲੋਕ ਇੱਥੇ VIP ਲੋਕ ਆਉਣ ਲੱਗ ਪਏ, ਉਹੀ ਲੋਕ ਫਿਰ ਐਪਰੀਸ਼ੀਏਟ ਕਰਨ ਲੱਗ ਪਏ ਵੀ ਸਾਡੇ ਆਪਣਾ ਹੀ ਹੈਗਾ। ਮੈਂ ਉਦੋਂ ਵੀ ਪਰਵਾਹ ਨਹੀਂ ਕੀਤੀ। ਮੈਂ ਕਦੇ ਵੀ, ਸ਼ੁਰੂ ਤੋਂ ਮੇਰਾ ਸੁਭਾਅ ਹੈਗਾ, ਲੋਕ ਕੀ ਕਹਿਣਗੇ, ਮੈਨੂੰ ਸੁਲਾਉਣਗੇ, ਮੈਨੂੰ ਨਿੰਦਣਗੇ, ਮੈਂ ਕਦੇ ਵੀ ਪਰਵਾਹ ਨਹੀਂ ਕੀਤੀ। ਮੈਂ ਆਪਣਾ ਰਸਤਾ ਆਪ ਬਣਾਇਆ। ਸਾਡੇ ਪਰਿਵਾਰ ਦੇ ਵਿੱਚ ਕੋਈ ਨਹੀਂ ਪੜ੍ਹਿਆ ਸੀ, ਸਾਰਾ ਅਨਪੜ੍ਹ ਖਾਨਦਾਨ ਸੀ ਸਾਡਾ। ਮੈਂ ਲਾਅ ਕਰਕੇ ਆ ਕੇ ਵਕਾਲਤ ਸ਼ੁਰੂ ਕੀਤੀ। ਮੈਂ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਕਿ ਲੋਕ ਮੈਨੂੰ ਜਿਹੜਾ ਹੈਗਾ ਕੀ ਕਹਿਣਗੇ। ਮੈਂ ਛੱਡ ਕੇ ਆਇਆ, ਉਦੋਂ ਵੀ ਪਰਵਾਹ ਨਹੀਂ ਕੀਤੀ ਤੇ ਮੈਂ ਅੱਜ ਵੀ ਕੋਈ ਪਰਵਾਹ ਨਹੀਂ ਕਰਦਾ। ਮੈਂ ਆਪਣੀ ਜ਼ਿੰਦਗੀ ਆਪਦੇ ਹਿਸਾਬ ਨਾਲ ਜਿਉਣੀ ਹੈ। ਮੈਂ ਲੋਕਾਂ ਦੀ ਪਰਵਾਹ ਕਦੇ ਨਹੀਂ ਕੀਤੀ। ਉਹਨਾਂ ਨੇ ਕਾਫੀ ਅਤਪੜੀਆਂ ਹੀ ਗੱਲਾਂ ਕੀਤੀਆਂ ਵੀ ਉਹ ਇੱਕ ਪੜ੍ਹਿਆ ਲਿਖਿਆ ਇਨਸਾਨ ਅੱਜ ਉਹ ਪਾਗਲ ਹੋ ਚੁੱਕਾ, ਉਹ ਕਿਸਾਨੀ ਲਈ ਪਹੁੰਚ ਗਿਆ ਹੈ। ਇਹ ਇਸ ਤਰ੍ਹਾਂ ਲੋਕ ਕਿਉਂ ਕਹਿ ਰਹੇ ਆ? ਬਿਲਕੁਲ, ਜਦੋਂ ਤੁਸੀਂ ਲਾਈਨ ਤੋਂ ਹਟ ਕੇ ਜਦੋਂ ਕੋਈ ਗੱਲ ਕਰੋਗੇ ਨਾ, ਇੱਕ ਤੁਹਾਨੂੰ ਇੱਕ ਰੈਫਰੈਂਸ ਦਿੰਨਾ ਹੈਗਾ। ਡਾਕਟਰ ਓਮ ਪ੍ਰਕਾਸ਼ ਰੁਪੇਲਾ ਮੇਰੇ ਗੁਰੂ ਜਦੋਂ ਮੈਨੂੰ ਇਸ ਪਾਸੇ ਵੱਲ ਨੂੰ ਇਨਕਰੇਜ ਕਰ ਰਹੇ ਸੀ ਤਾਂ ਉਹਨਾਂ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਸੀ। ਉਦਾਹਰਣ ਤੁਹਾਡੇ ਨਾਲ ਸਾਂਝੀ ਕਰ ਰਿਹਾ। ਡਾਕਟਰ ਰੁਪੇਲਾ ਕਹਿੰਦੇ ਸੀ ਕਿ ਇੱਕ ਜੰਗਲ ਦੇ ਵਿੱਚ ਇੱਕ ਭੀੜ ਚੱਲੀ ਜਾ ਰਹੀ ਹੈ, ਕਿਸੇ ਮੰਜ਼ਿਲ ਵੱਲ ਨੂੰ ਜਾ ਰਹੀ ਹੈਗੀ ਆ। ਹਜ਼ਾਰਾਂ ਲੱਖਾਂ ਕਰੋੜਾਂ ਲੋਕ ਹੈ ਜਿਹੜੇ ਇੱਕ ਡੰਡੀਓ ਡੰਡੀ ਆਪਣੀ ਮੰਜ਼ਿਲ ਵੱਲ ਨੂੰ ਜਾ ਰਹੇ ਆ। ਉਸ ਭੀੜ ਦੇ ਵਿੱਚੋਂ ਇੱਕ ਬੰਦਾ ਉੱਠਦਾ ਹੈਗਾ, ਉਹ ਕਹਿੰਦਾ ਯਾਰ
ਆਪਾਂ ਕਿਉਂ ਨਾ ਇਸ ਤੇ ਰਸ਼ ਕਾਫੀ ਹੋ ਗਿਆ, ਕਿਉਂ ਨਾ ਆਪਾਂ ਇੱਕ ਰਸਤਾ ਹੋਰ ਬਣਾ ਲਈਏ ਤੇ ਆਪਾਂ ਅੱਧੇ ਉਸ ਰਸਤੇ ਤੇ ਚੱਲ ਪਿਆ ਕਰਾਂਗੇ, ਇੱਥੇ ਭੀੜ ਘਟ ਜਾਊਗੀ। ਤਾਂ ਉਹ ਸਾਰੇ ਲੋਕ ਹੱਸ ਪਏ ਉਹਦੇ ਕੰਨੀ, ਕਹਿੰਦੇ ਇਹ ਰਸਤਾ ਬਣਾਉਣਾ ਕੋਈ ਸੌਖਾ ਕੰਮ ਹੈ, ਇਹ ਤਾਂ ਸਾਡੇ ਪਿਤਾ ਪੁਰਖੀ ਰਸਤਾ ਹੈਗਾ, ਇਹੀ ਚੱਲਦਾ ਆ ਰਿਹਾ ਹੈਗਾ, ਆਪਾਂ ਤੂੰ ਕਿਵੇਂ ਰਸਤਾ ਬਣਾ ਲੇਗਾ? ਉਹ ਕਹਿੰਦਾ ਆਪਾਂ ਟਰਾਈ ਤਾਂ ਕਰੀਏ। ਸਾਰੇ ਨੂੰ ਟਿਚਰਾਂ ਕਰਨ ਲੱਗ ਪਏ, ਮਜ਼ਾਕ ਕਰਨ ਲੱਗ ਪਏ। ਉਹ ਕਹਿੰਦਾ ਯਾਰ ਮੈਂ ਕੋਸ਼ਿਸ਼ ਕਰਕੇ ਦੇਖਦਾ। ਉਹਨੇ ਆਪਣਾ ਉਹਦੇ ਜੰਗਲ ਦੇ ਵਿੱਚ ਦੀ ਕੰਡੇ ਕੁੰਡੇ ਪਾਸੇ ਕਰਕੇ ਰਸਤਾ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਥੋੜੇ ਚਿਰਾਂ ਬਾਅਦ ਉਸ ਭੀੜ ਦੇ ਵਿੱਚੋਂ ਕੁਝ ਲੋਕਾਂ ਨੇ ਚੱਕ ਕੇ ਉਹਦੇ ਮੂਹਰੇ ਪੱਥਰ ਕੰਡੇ ਖਿਲਾਰਤੇ, ਵੀ ਜਦੋਂ ਕੰਡੇ ਵੱਜਣਗੇ ਨਾ ਆਪੇ ਨਾਲ ਹੀ ਰਲ ਜੂਗਾ ਆ ਕੇ ਸਾਡੇ। ਤੇ ਉਹਦੇ ਵਿਚਾਰੇ ਦੇ ਪੈਰ ਜ਼ਖਮੀ ਹੋ ਗਏ, ਹੱਥ ਜ਼ਖਮੀ ਹੋ ਗਏ, ਖੂਨ ਨਿਕਲ ਰਿਹਾ ਉਹਦੇ। ਪਰ ਉਹਨੇ ਫਿਰ ਉਹਦੀ ਸਪੀਡ ਘਟ ਗਈ ਰਸਤਾ ਖੋਜਣ ਦੀ, ਪਰ ਉਹਨੇ ਫਿਰ ਆਪਦਾ ਰਸਤਾ ਨਹੀਂ ਛੱਡਿਆ ਤੇ ਆਪਦੀ ਮਿਹਨਤ ਕਰਦਾ ਰਿਹਾ। ਥੋੜੇ ਚਿਰ ਬਾਅਦ ਉਸ ਭੀੜ ਦੇ ਵਿੱਚੋਂ ਕੁਝ ਲੋਕ ਉੱਠੇ, ਉਹ ਕਹਿੰਦੇ ਯਾਰ ਆਪਾਂ ਹੋਰ ਨਹੀਂ ਕਰ ਸਕਦੇ, ਇਹਦੇ ਮੂਹਰੇ ਕੰਡੇ ਹੀ ਚੱਕ ਦਈਏ। ਉਸ ਭੀੜ ਦੇ ਵਿੱਚੋਂ ਕੁਝ ਲੋਕਾਂ ਨੇ ਉਹਦੇ ਕੰਡੇ ਚੱਕਤੇ, ਤਾਂ ਲੱਗਿਆ ਰਿਹਾ। ਤਾਂ ਇੱਕ ਦਿਨ ਉਹਨੇ ਉਹ ਰਸਤਾ ਬਣਾ ਲਿਆ। ਤਾਂ ਉਹੀ ਭੀੜ ਜਿਹੜੀ ਸੀਗੀ ਮੁੜ ਕੇ ਉਸ ਰਸਤੇ ਦੇ ਉੱਪਰ ਚੱਲਣ ਲੱਗ ਪਈ। ਤਾਂ ਜਦੋਂ ਤੁਸੀਂ ਨਵਾਂ ਰਸਤਾ ਖੋਜਣਾ ਹੈ ਨਾ, ਤੁਹਾਨੂੰ ਲੋਕਾਂ ਨੇ ਡਿਸਕਰੇਜ ਵੀ ਕਰਨਾ ਹੈ, ਤੁਹਾਡੇ ਰਾਹ ਦੇ ਵਿੱਚ ਕੰਡੇ ਵੀ ਸਿੱਟਣੇ ਨੇ, ਸਭ ਕੁਝ ਤਰ੍ਹਾਂ ਦੀਆਂ ਹਰਡਲਸ ਤੁਹਾਡੇ ਸਾਹਮਣੇ ਆਉਣਗੀਆਂ। ਤਾਂ ਇਹ ਹੁਣ ਤੁਹਾਡੀ ਕਮਿਟਮੈਂਟ ਹੈ, ਇਹ ਤੁਹਾਡਾ ਸਟਰੋਂਗ ਇਰਾਦਾ ਹੈ, ਜਿਹੜਾ ਤੁਸੀਂ ਕਿੰਨਾ ਕੁ ਸਟਰੋਂਗ ਲੈ ਕੇ ਚੱਲੇ ਹੋ, ਕਿੰਨੇ ਕੁ ਤੁਹਾਡੇ ਦੇ ਵਿੱਚ ਜਨੂਨ ਹੈ, ਕਿੰਨਾ ਕੁ ਪਾਗਲਪਨ ਹੈ। ਤੇ ਉਹ ਜਨੂਨ ਤੇ ਪਾਗਲਪਨ ਲੈ ਕੇ ਹੀ ਨਿਕਲਿਆ ਸੀ। ਸੋਚ ਕੇ ਚੱਲਿਆ ਸੀ ਜੋ ਮਰਜ਼ੀ ਹੋ ਜੇ ਵਾਪਿਸ ਨਹੀਂ ਮੁੜੂੰਗਾ। ਵਾਪਿਸ ਤਾਂ ਮੁੜਨ ਵਾਲਾ ਰਾਹ ਹੀ ਬੰਦ ਕਰਕੇ ਆਇਆ ਸੀ। ਵਕਾਲਤ ਜਿੱਦਣ ਛੱਡ ਕੇ ਆਇਆ ਸੀ, ਆਪਣੇ ਲਿਫਾਫੇ ਜੋ ਆਪਣਾ ਸਾਰੇ ਕੇਸ ਸੀ ਆਪਣੇ ਸਾਥੀ ਵਕੀਲਾਂ ਨੂੰ ਦੇ ਕੇ ਆਇਆ ਸੀ ਤੇ ਕਹਿ ਕੇ ਆਇਆ ਸੀ ਜੋ ਮਰਜ਼ੀ ਹੋ ਜੇ ਵਾਪਿਸ ਨਹੀਂ ਮੁੜੂੰਗਾ। ਤੇ ਜਿਹੜੀ ਉਮੀਦਾਂ ਲੈ ਕੇ ਆਇਆ ਸੀ ਕਿ ਮੈਂ 2-3 ਸਾਲ ਦੇ ਵਿੱਚ ਖੜਾ ਕਰ ਲੂੰਗਾ ਸਾਰੇ ਖੇਤ ਨੂੰ, ਉਹਨੂੰ ਖੜਾ ਕਰਨ ਦੇ ਉੱਤੇ 6-7 ਸਾਲ ਲੱਗ ਗਏ। ਤੇ ਕੋਈ ਵੀ ਕੰਮ ਹੈਗਾ ਤੁਹਾਡੇ ਪਾਗਲਪਨ ਦੇ ਨਾਲ, ਤੁਹਾਡੇ ਜਨੂਨ ਨਾਲ ਹੀ ਫਤਿਹ ਕੀਤੇ ਜਾਂਦੇ। ਸਰ ਜਿਹੜਾ ਫਾਰਮ ਹੈ ਇਹ ਕਿੰਨੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਤੁਹਾਡਾ? ਕਿ ਜਦ ਹੁਣ ਤੁਸੀਂ ਨੈਚੁਰਲ ਖੇਤੀ ਕਰ ਰਹੇ, ਕੀ ਤੁਹਾਡੇ ਖਾਨਦਾਨ ਵਿੱਚ ਪਹਿਲਾਂ ਵੀ ਕੋਈ ਇਸ ਤਰ੍ਹਾਂ ਖੇਤੀ ਕਰਦਾ ਸੀਗਾ? ਇਹ ਮੇਰਾ ਜਿਹੜਾ ਮਾਡਲ ਫਾਰਮ ਹੈਗਾ ਇਹ 20 ਏਕੜ ਦੇ ਵਿੱਚ ਹੈਗਾ। ਇਸ 20 ਏਕੜ ਦੇ ਵਿੱਚ ਸਾਰੀਆਂ ਅਸੀਂ ਫਸਲਾਂ ਉਗਾਉਂਦੇ ਹੈਗੇ। ਟੋਟਲ ਕਿੰਨੀ ਜ਼ਮੀਨ ਹੈ? ਟੋਟਲ ਮੇਰੇ ਕੋਲੇ 50 ਏਕੜ ਜ਼ਮੀਨ ਹੈ। ਬਾਕੀ ਮੇਰੀ ਜ਼ਮੀਨ ਮੇਰੇ ਉਹ ਹਿੱਸੇ ਦੇ ਦਿੱਤੀ ਹੋਈ ਹੈ, ਉਹਦੀ ਖੇਤੀ ਮੈਂ ਆਪ ਨਹੀਂ ਕਰਦਾ। ਮੈਂ ਇਹ 20 ਏਕੜ ਦੇ ਵਿੱਚ ਹੀ ਖੇਤੀ ਕਰਦਾ ਹੈਗਾ ਤੇ ਜਿਹਦੇ ਵਿੱਚ ਸਾਡੀ ਹੁਣ ਸਾਰਾ ਜਿਹੜਾ ਫੋਕਸ ਹੈਗਾ ਉਹ ਟ੍ਰੇਨਿੰਗ ਲਾਈਨ ਦੇ ਉੱਤੇ ਹੈਗਾ ਤੇ ਹੁਣ ਇਸ ਮਾਡਲ ਨੂੰ ਸਪਰੈਡ ਕਰਨਾ ਹੈ। ਸਰ ਗੱਲ ਕਰੀਏ ਬੀਜਾਂ ਦੀ, ਤੁਸੀਂ ਜਿਹੜੇ ਬੀਜ ਆ ਇਹ ਹਾਈਬ੍ਰਿਡ ਲੈਂਦੇ ਹੋ, ਕਿੱਥੋਂ ਲੈਂਦੇ ਹੋ ਤੁਸੀਂ ਜਿਹੜੀ ਇਹ ਖੇਤੀ ਕਰਦੇ ਹੋ? ਦੇਖੋ ਜਿੰਨੇ ਵੀ ਦੇਸੀ ਬੀਜ ਸੀ ਸਾਡੇ, ਉਹ ਸਾਰੇ ਦੇਸੀ ਬੀਜਾਂ ਦੇ ਉੱਤੇ ਕੰਪਨੀਆਂ, ਮਲਟੀਨੈਸ਼ਨਲ ਕੰਪਨੀਆਂ ਨੇ ਕਬਜ਼ਾ ਕਰ ਲਿਆ। ਅੱਜ ਕਿਸਾਨ ਕੋਲੇ ਆਪਣਾ ਬੀਜ ਨਹੀਂ ਰਿਹਾ, ਉਹ ਸਾਰੇ ਬੀਜ ਮਲਟੀਨੈਸ਼ਨਲ ਕੰਪਨੀਆਂ ਨੇ ਕਬਜ਼ੇ ਥੱਲੇ ਲੈ ਲਏ। ਅੱਜ ਕਿਸਾਨ ਗੁਲਾਮ ਹੈ। ਅੱਜ ਅਸੀਂ ਕਿਸਾਨ ਅੰਦੋਲਨ ਚੱਲ ਰਿਹਾ ਸਾਡਾ ਦਿੱਲੀ ਦੇ ਵਿੱਚ, ਅਸੀਂ ਕਾਰਪੋਰੇਟ ਦੇ ਨਾਲ ਲੜਾਈ ਲੜ ਰਹੇ ਹਾਂ, ਪਰ ਬੀਜ ਸਾਡੇ ਕੋਲੇ ਆਪਣੇ ਹੀ ਨਹੀਂ ਹੈ। ਜੇ ਅਸੀਂ ਜਿਹੜਾ ਹੈਗਾ ਇਹ ਕਾਨੂੰਨ ਰੱਦ ਵੀ ਕਰਵਾ ਲੇ ਤਾਂ ਬੀਜ ਲੈਣ ਵਾਸਤੇ ਤਾਂ ਫਿਰ ਸਾਨੂੰ ਇਹਨਾਂ ਮਲਟੀਨੈਸ਼ਨਲ ਕੰਪਨੀਆਂ ਕੋਲ ਹੀ ਜਾਣਾ ਪੈਣਾ, ਇਹਨਾਂ ਦੇ ਮੂਹਰੇ ਸਾਨੂੰ ਹੱਥ ਅੱਡਣੇ ਪੈਣੇ ਆ। ਅੱਜ ਉਹ ਮਲਟੀਨੈਸ਼ਨਲ ਕੰਪਨੀਆਂ ਕਹਿ ਦੇਣਗੇ ਅਸੀਂ ਬੀਜ ਨਹੀਂ ਦੇਣੇ, ਤਾਂ ਅਸੀਂ ਕੀ ਕਰਾਂਗੇ? ਸਾਡੇ ਕੋਲ ਤਾਂ ਬੀਜ ਹੀ ਹੈ ਨਹੀਂ ਆਪਣਾ। ਤਾਂ ਕਿਸਾਨ ਨੂੰ ਦੇਸੀ ਬੀਜ ਆਪਣੇ ਬਚਾਉਣੇ ਪੈਣੇ ਆ। ਸਾਡੇ ਕੋਲੇ ਕਾਟਨ ਦੇ, ਨਰਮੇ ਦੇ ਕਿੰਨੇ ਕਿਸਮ ਦੇ ਬੀਜ ਹੁੰਦੇ ਸੀ, ਉਹ ਸਾਰੇ ਦੇਸੀ ਬੀਜ ਅਸੀਂ ਗਵਾ ਲਏ ਤੇ ਬੀਜ ਦੇ ਉੱਤੇ ਕੰਪਨੀਆਂ ਕਬਜ਼ਾ ਕਰ ਲਿਆ, ਮਨਸੈਂਟੋ, ਬਾਇਰ ਕੰਪਨੀਆਂ ਨੇ। ਅੱਜ ਕਿਸਾਨ ਕਹੇ ਕਿ ਮੈਂ ਆਪਣੇ ਮਰਜ਼ੀ ਦਾ ਨਰਮਾ ਬੀਜ ਲੂੰਗਾ ਤਾਂ ਕਿਵੇਂ ਬੀਜ ਲੂਗਾ? ਅੱਜ ਤਾਂ ਉਹਨੂੰ ਉਹੀ ਕੁਝ ਬੀਜਣਾ ਪੈਣਾ ਜਿਹੜਾ ਮਨਸੈਂਟੋ ਚਾਹੂਗੀ, ਜਿਹੜਾ ਬਾਇਰ ਚਾਹੂਗੀ। ਤਾਂ ਇਹੀ ਹਾਲਾਤ ਸਾਡੀਆਂ ਸਬਜ਼ੀਆਂ, ਦਾਲਾਂ, ਸਭ ਕੁਝ ਦੇ ਵਿੱਚ ਹੋਈ ਜਾਂਦਾ ਹੈ। ਮਲਟੀਨੈਸ਼ਨਲ ਕੰਪਨੀਆਂ ਬਹੁਤ ਤੇਜ਼ੀ ਦੇ ਨਾਲ ਬੀਜਾਂ ਤੇ ਕਬਜ਼ਾ ਕਰ ਰਹੀਆਂ। ਦੇਸੀ ਬੀਜ ਬਚਾਉਣੇ ਬਹੁਤ ਜ਼ਰੂਰੀ ਨੇ। ਮੈਂ ਦੇਸੀ ਬੀਜਾਂ ਤੇ ਕੰਮ ਕਰ ਰਿਹਾ ਹੈਗਾ। ਅਸੀਂ ਬੀਜ ਬੈਂਕ ਬਣਾਇਆ ਹੋਇਆ। ਮੇਰੇ ਖੇਤ ਦੇ ਵਿੱਚ ਜੋ ਵੀ ਬੀਜ ਹੈ ਉਹ ਹਾਈਬ੍ਰਿਡ ਕਦੇ ਵੀ ਨਹੀਂ ਲੱਗੂਗਾ। ਮੈਂ ਜੋ ਵੀ ਬੀਜ ਲਾਉਂਗਾ ਦੇਸੀ ਬੀਜ ਲਾਉਂਗਾ ਜਿਸ ਤੋਂ ਅੱਗੇ ਬੀਜ ਬਣ ਸਕਦਾ ਹੋਵੇ। ਦੇਸੀ ਬੀਜਾਂ ਦੇ ਉੱਤੇ ਮੈਂ ਕੰਮ ਕਰ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੇਸੀ ਬੀਜ ਵੀ ਮਿਲਿਆ ਕਰਨਗੇ ਤੇ ਆਪਣੀ ਜੋ ਵੀ ਹਿੰਮਤ ਹੈ, ਜੋ ਵੀ ਮੇਰੇ 'ਚ એનર્ਜੀ ਕੁਦਰਤ ਨੇ ਬਖਸ਼ੀ ਹੈਗੀ ਆ, ਉਹ ਸਾਰੀ ਦੇਸੀ ਬੀਜਾਂ ਨੂੰ ਬਚਾਉਣ ਤੇ ਲਾਉਂਗਾ। ਇਸ ਤੋਂ ਬਾਅਦ ਗੱਲ ਕਰੀਏ ਅਸੀਂ ਬੀਜਾਂ ਦੀ, ਸਰ ਜਿਹੜੇ ਤੇਲ ਦੇ ਨਾਲ ਸੰਬੰਧਿਤ ਬੀਜ ਆ ਉਹ ਤੁਸੀਂ ਆਪਣੇ ਇੱਥੇ ਕਿਹੜੇ ਗਾਉਂਦੇ? ਤੇਲ ਬੀਜ ਦੇ ਵਿੱਚ ਸਾਡੇ ਕੋਲੇ ਸਰੋਂ ਦੀਆਂ 3-4 ਵੈਰਾਈਟੀਆਂ ਹੈਗੀਆਂ ਜੀ। ਫਿਰ ਸਾਡੇ ਕੋਲੇ ਅਲਸੀ ਹੈਗੀ ਹੈ, ਫਲੈਕਸੀਡ ਹੈਗਾ, ਫਿਰ ਸਾਡੇ ਕੋਲੇ ਤਿਲ ਹੈਗੇ ਆ, ਸਾਉਣੀ ਦੇ ਵਿੱਚ ਤੇਲ ਵਾਲੀ 3-4 ਕਿਸਮ ਦੇ ਜਿਹੜੇ ਸਾਡੇ ਕੋਲੇ ਹੈਗੀਆਂ ਤੇਲ ਵਾਲੀਆਂ ਫਸਲਾਂ ਹੈ। ਜਿਹੜੀਆਂ ਦਾਲਾਂ ਵਗੈਰਾ ਤੁਸੀਂ ਜਿਹੜੀ ਬੀਜਦੇ ਹੋ ਕਿਹੜੀਆਂ ਤੁਸੀਂ? ਦਾਲਾਂ ਦੇ ਵਿੱਚ ਸਾਡੇ 4-5 ਕਿਸਮ ਦੀਆਂ ਦਾਲਾਂ ਆ ਜਾਂਦੀਆਂ ਹੈਗੀਆਂ। ਮਾਂਹ ਆ ਜਾਂਦੇ ਹੈਗੇ ਆ, ਮੋਠ ਆ ਜਾਂਦੇ ਆ, ਮੂੰਗੀ ਆ ਜਾਂਦੀ ਹੈਗੀ ਹੈ, ਚਨਾ ਆ ਜਾਂਦਾ 2-3 ਕਿਸਮ ਦਾ। ਇਹ ਸਾਰੀਆਂ ਦਾਲਾਂ ਵਾਲੀਆਂ ਨੇ।
ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਆਪਣੇ ਆਪ ਤੁਹਾਡੇ ਕੋਲ ਇੱਥੇ ਕਸਟਮਰ ਜਿਹੜੇ ਆਪਣੇ ਆਪ ਹੀ ਲੈਣ ਆਉਂਦੇ, ਦੱਸ ਸਕਦੇ ਕੁਝ ਕਿ ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਲੈਣ ਆਉਂਦੇ, ਕੌਣ ਕੌਣ ਆਉਂਦੇ? ਸਾਰੇ ਪੰਜਾਬ ਤੋਂ ਜਿੰਨੇ ਵੀ ਸੈਲੀਬ੍ਰਿਟੀਜ਼ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਜਿਨ੍ਹਾਂ ਨੂੰ ਹੈਲਥ ਕੌਨਸ਼ੀਅਸ ਨੇ, ਉਹ ਸਾਰੇ ਸਮਾਨ ਇੱਥੋਂ ਲੈ ਕੇ ਜਾਂਦੇ ਨੇ। ਇੱਥੇ ਕੋਈ ਤੁਸੀਂ ਰੂਮ ਬਣਾਇਆ ਹੋਇਆ ਆਪਣੇ ਇਹ ਸਮਾਨ ਸਾਡੇ ਰੱਖਣ ਇੱਥੇ ਵਾਸਤੇ? ਸਾਡੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਗੋਲ ਕਮਰੇ, ਇਹ ਮੱਡ ਦੇ ਮਿੱਟੀ ਦੇ ਬਣੇ ਹੋਏ ਨੇ। ਇਹਦੇ ਵਿੱਚ ਅਸੀਂ ਜਿਹੜੇ ਟ੍ਰੇਨਿੰਗ ਲੈਣ ਆਉਂਦੇ ਨੇ ਸਾਡੇ ਕੋਲੇ ਲੋਕ, ਉਹ ਇੱਥੇ ਸਟੇ ਕਰਦੇ ਨੇ। ਟ੍ਰੇਨਿੰਗ ਸਾਡੇ ਦੋ ਤਰ੍ਹਾਂ ਦੀ ਹੈਗੀ ਹੈ। ਇੱਕ ਤਾਂ 5 ਡੇ ਟ੍ਰੇਨਿੰਗ ਹੈਗੀ ਹੈ, ਜਿਹੜੀ ਅਸੀਂ ਇੱਕ ਸ਼ਡਿਊਲਡ ਟ੍ਰੇਨਿੰਗ ਹੈਗੀ ਹੈ, ਉਹ ਇੱਕ ਡੇਟ ਫਿਕਸ ਕੀਤੀ ਹੁੰਦੀ ਹੈ। ਉਸ ਡੇਟ ਵਾਲੇ ਦਿਨ ਹੀ ਤੁਸੀਂ ਆ ਕੇ ਇੱਥੇ ਜਿਹੜੇ ਕਿਸਾਨ ਨਾਲ ਰਹਿ ਸਕਦੇ ਆ। ਇੱਕ ਟ੍ਰੇਨਿੰਗ ਪ੍ਰੈਕਟੀਕਲ ਟ੍ਰੇਨਿੰਗ ਹੈਗੀ ਹੈ, ਉਹ 5 ਡੇ ਦੀ ਹੈਗੀ ਹੈ। ਉਹ ਵਿੱਚ ਕਦੋਂ ਵੀ ਕੋਈ ਆ ਸਕਦਾ ਹੈਗਾ, ਕਿਸੇ ਵੀ ਸਮੇਂ, ਮਹੀਨੇ ਦੇ ਵਿੱਚ ਕਿਸੇ ਵੀ ਸਮੇਂ ਆ ਕੇ ਇੱਥੇ ਰਹਿ ਸਕਦਾ ਹੈ। ਪਰ ਉਹਦੇ ਵਾਸਤੇ ਕੰਡੀਸ਼ਨ ਹੈਗੀ ਕਿ ਉਹਨੂੰ 5 ਦਿਨ ਹੀ ਰਹਿਣਾ ਪੈਣਾ। 5 ਡੇ ਸਾਡੇ ਕੋਲੇ ਰਹੂਗਾ, ਉਹਨੂੰ ਸੈਪਰੇਟ ਰੂਮ ਮਿਲੂਗਾ, ਸੈਪਰੇਟ ਟਾਇਲਟ ਬਾਥਰੂਮ ਮਿਲੂਗਾ ਉਹਨੂੰ, ਤੇ ਉਹਨੂੰ ਫੂਡ ਮਿਲੂਗਾ ਇੱਥੇ। ਤੇ 5 ਦਿਨ ਰਹਿ ਕੇ ਸਾਡੀ ਇੱਥੇ ਖੇਤੀ ਜਿਵੇਂ ਅਸੀਂ ਕਰਦੇ ਹੈਗੇ ਆ ਉਹ ਸਿੱਖ ਸਕਦਾ ਹੈ। ਗੱਲ ਕਰੀਏ, ਤੁਸੀਂ ਦੱਸਿਆ ਵੀ ਇਹ ਤੁਹਾਡੇ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੁਝ ਹੀ ਦਿਨਾਂ ਵਾਸਤੇ, ਕਿ ਜਦੋਂ ਉਹ ਸਿੱਖ ਜਾਂਦਾ ਕੀ ਇਹਦੀ ਕੋਈ ਪੇਮੈਂਟ ਵਗੈਰਾ ਕੀ ਤੁਸੀਂ ਉਹਨਾਂ ਨੂੰ ਸਰਟੀਫਿਕੇਟ ਦਿੰਦੇ ਹੋ? ਬਿਲਕੁਲ, ਅਸੀਂ ਉਹਨੂੰ ਟ੍ਰੇਨਿੰਗ ਸਰਟੀਫਿਕੇਟ ਜਿਹੜਾ 5 ਡੇਜ਼ ਸਰਟੀਫਿਕੇਟ ਅਸੀਂ ਜਾਰੀ ਕਰਦੇ ਹੈਗੇ ਆ। ਉਹਦੇ ਤੋਂ ਅਸੀਂ ਇੱਥੇ ਰਹਿਣ ਦਾ ਅਸੀਂ ਜਿਹੜਾ ਫੂਡ ਦਿੰਨੇ ਹੈਗੇ ਆ, ਉਹਦਾ ਅਸੀਂ 5000 ਰੁਪਏ ਚਾਰਜ ਕਰਦੇ ਹੈਗੇ ਆ 5 ਦਿਨਾਂ ਦਾ। ਤੇ ਉਹਦੇ ਵਿੱਚ ਹੁਣ ਫਿਲਹਾਲ ਸਾਡੇ ਕੋਲੇ 8 ਆਦਮੀਆਂ ਦੇ ਰਹਿਣ ਦੀ ਹੀ ਕੈਪੈਸਿਟੀ ਹੈਗੀ, ਜਿਹੜੀ ਉਹ 5 ਡੇ ਟ੍ਰੇਨਿੰਗ ਹੈਗੀ ਸਾਡੀ ਸ਼ਡਿਊਲਡ ਹੈਗੀ ਹੈ। ਬਾਕੀ ਵਿੱਚ ਜਦੋਂ ਵੀ ਕੋਈ ਆ ਕੇ ਰਹਿ ਸਕਦਾ ਹੈ ਸਾਡੇ ਕੋਲ। ਸਰ, ਅਸੀਂ ਦੇਖਿਆ ਵੀ ਇੱਥੇ ਕਾਫੀ ਦਰਖਤ ਵਗੈਰਾ ਲੱਗੇ, ਇੱਥੇ ਪੱਖੇ ਦੀ ਲਾਈਟ ਦੀ ਕੁਝ ਖਾਸ ਜ਼ਰੂਰਤ ਨਹੀਂ ਪੈਂਦੀ, ਰਾਤ ਨੂੰ ਹੀ ਪੈਂਦੀ। ਇਹ ਜਿਹੜੀ ਲਾਈਟ ਤੁਸੀਂ ਆ, ਇਹਦਾ ਪ੍ਰਬੰਧ ਕਿੱਦਾਂ ਕੀਤਾ ਹੋਇਆ? ਇੱਥੇ ਸਭ ਕੁਝ ਜੋ ਵੀ ਅਸੀਂ ਇੱਥੇ ਕਰਦੇ ਹੈਗੇ ਆ, ਸਭ ਕੁਝ এনवायरमेंट ਫ੍ਰੈਂਡਲੀ ਕੋਸ਼ਿਸ਼ ਹੁੰਦੀ ਹੈ। ਹੁਣ ਜੋ ਇੱਥੇ ਅਸੀਂ ਯੂਜ਼ ਕਰਦੇ ਹੈਗੇ ਆ, ਪਾਵਰ ਯੂਜ਼ ਕਰਦੇ ਆ, ਉਹ ਸਾਰੀ ਹੀ ਪਾਵਰ ਜਿਹੜੀ ਹੈਗੀ ਹੈ ਉਹ ਅਸੀਂ ਸੋਲਰ ਤੋਂ ਲੈਣੇ ਹੈਗੇ ਆ। ਸੋਲਰ ਪੈਨਲਸ ਲੱਗੇ ਹੋਏ ਨੇ। ਇਸ ਤੋਂ ਇਲਾਵਾ ਜੋ ਸਾਡਾ ਇੱਥੇ ਹਿਊਮਨ ਵੇਸਟ ਹੈਗੀ ਹੈ, ਸਾਡੇ ਟਾਇਲਟਸ ਬਣੇ ਹੋਏ ਹੈ, ਉਹਦਾ ਵੇਸਟ ਵੀ ਅਸੀਂ ਧਰਤੀ 'ਚ ਨਹੀਂ ਪਾਉਂਦੇ। ਇਹ ਨਹੀਂ ਹੈਗਾ ਸੈਪਰੇਟ ਟੈਂਕ ਬਣਾ ਕੇ ਤੇ ਅਸੀਂ ਸਭ ਕੁਝ ਮਲ ਮੂਤਰ, ਮਨੁੱਖੀ ਮਲ ਮੂਤਰ ਧਰਤੀ 'ਚ ਪਾ ਦਈਏ। ਉਹ ਅਸੀਂ ਗੰਦਾ ਨਹੀਂ ਕਰਨਾ ਹੈਗਾ, ਇਸ ਧਰਤੀ ਮਾਂ ਨੂੰ ਗੰਦਾ ਨਹੀਂ ਕਰਨਾ। ਜੋ ਮਲ ਮੂਤਰ, ਮਨੁੱਖੀ ਮਲ ਮੂਤਰ ਹੈ, ਉਹ ਕਿਸੇ ਦੀ ਖੁਰਾਕ ਹੈ, ਉਹ ਫਸਲਾਂ ਦੀ ਖੁਰਾਕ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਜੋ ਟਾਇਲਟਸ ਨੇ ਸਾਡੇ, ਉਹਨਾਂ ਤੋਂ ਅਸੀਂ ਬਾਇਓਗੈਸ ਪਲਾਂਟ ਨਾਲ ਜੋੜਿਆ ਹੋਇਆ। ਉਹਦੇ ਤੋਂ ਅਸੀਂ ਗੈਸ ਨਿਕਾਲ ਲੈਂਦੇ ਹਾਂ, ਉਸ ਗੈਸ ਨੂੰ ਅਸੀਂ ਕੁਕਿੰਗ ਵਾਸਤੇ ਵਰਤਦੇ ਹਾਂ। ਉਸ ਤੋਂ ਬਾਅਦ ਉਹ ਜੋ ਡਾਈਜੈਸਟਰ 'ਚੋਂ ਬਾਹਰ ਨਿਕਲਦੀ ਹੈ ਸੈਲਰੀ, ਉਹਨੂੰ ਅਸੀਂ ਖੇਤਾਂ ਦੇ ਵਿੱਚ ਯੂਜ਼ ਕਰ ਲੈਂਦੇ ਹਾਂ। ਤਾਂ ਇਸ ਖੇਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਕੋਲੋਜੀ ਦਾ, ਅਸੀਂ ਕੁਦਰਤ ਦਾ 0% ਜਿਹੜਾ ਹੈਗਾ ਵੇਸਟੇਜ ਹੈ ਇੱਥੇ। ਅਸੀਂ ਬਿਲਕੁਲ ਵੀ ਅਸੀਂ ਕੁਦਰਤ ਦਾ ਨੁਕਸਾਨ ਨਹੀਂ ਕਰਦੇ ਕਿਸੇ ਵੀ ਤਰੀਕੇ ਦੇ ਨਾਲ। ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਦੇਸ਼ ਵਾਸੀਆਂ ਨੂੰ ਤੁਸੀਂ? ਸੰਦੇਸ਼ ਤਾਂ ਨਹੀਂ ਹੈਗਾ, ਮੈਂ ਬਸ ਇਹੀ ਕਹਿਣਾ ਚਾਹੂੰਗਾ ਕਿ ਸਾਨੂੰ ਵਾਪਸ ਕੁਦਰਤ ਪੱਖੀ ਜੀਵਨ ਤੇ ਆਉਣਾ ਪੈਣਾ ਹੈਗਾ। ਸਾਦਗੀ ਤੁਹਾਡਾ ਗਹਿਣਾ ਹੈ, ਸਾਦਗੀ ਤੁਹਾਡੀ ਸਟਰੈਂਥ ਹੈ, ਤੁਹਾਡੀ ਤਾਕਤ ਹੈ। ਸਾਦਗੀ ਤੁਹਾਡੀ ਭਾਸ਼ਾ ਦੇ ਵਿੱਚ, ਸਾਦਗੀ ਤੁਹਾਡੀ ਬੋਲੀ ਦੇ ਵਿੱਚ, ਸਾਦਗੀ ਤੁਹਾਡੇ ਪਹਿਰਾਵੇ 'ਚ, ਸਾਦਗੀ ਤੁਹਾਡੇ ਖਾਣੇ ਦੇ ਵਿੱਚ। ਜੇਕਰ ਤੁਸੀਂ ਖੁਸ਼ੀ ਦਾ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਦਗੀ ਵੱਲ ਨੂੰ ਜਾਣਾ ਪੈਣਾ ਹੈ। ਤੇ ਮੈਂ ਉਹ ਸਭ ਕੁਝ ਹੰਡਾ ਕੇ ਆਇਆ ਹੈਗਾ, ਮੈਂ ਉਹ ਲਾਈਫ ਹੰਡਾ ਕੇ ਆਇਆ ਹੈਗਾ, ਉਹ ਮਟੀਰੀਅਲਿਸਟਿਕ ਲਾਈਫ। ਪਰ ਜੋ ਆਨੰਦ ਇੱਥੇ ਹੈ, ਕੁਦਰਤ ਦੀ ਗੋਦ ਦੇ ਵਿੱਚ ਹੈ, ਇਹ ਖੁਸ਼ੀ ਕਿਤੇ ਤੁਹਾਨੂੰ ਹੋਰ ਨਹੀਂ ਮਿਲ ਸਕਦੀ। ਤਾਂ ਨੇਚਰ ਦੇ ਨੇੜੇ ਚਲੇ ਜਾਓਗੇ, ਕੁਦਰਤ ਤੁਹਾਨੂੰ ਸਿਖਾਉਂਦੀ ਹੈ, ਤੁਹਾਡੀ ਮਦਦ ਕਰਦੀ ਹੈ। ਕੁਦਰਤ ਤੁਹਾਡੀ ਆਪਣੇ ਆਪ ਮਦਦ ਕਰਦੀ ਹੈ। ਤੇ ਮੈਂ ਉੱਥੋਂ ਆ ਕੇ ਇਸ ਖੇਤ ਦੇ ਵਿੱਚ ਆ ਕੇ ਸਭ ਕੁਝ ਮਹਿਸੂਸ ਕੀਤਾ ਹੈ। ਮੈਂ ਤਾਂ ਉਹ ਬੰਦਾ ਸੀ ਜਿਹਨੂੰ ਮੱਕੀ ਤੇ ਜਵਾਰ ਦੇ ਫਰਕ ਦਾ ਨਹੀਂ ਪਤਾ ਸੀ। ਅੱਜ ਮੈਂ 1500 ਰੁੱਖਾਂ ਦੇ ਪੱਤੇ ਵੇਖ ਕੇ ਉਹਨਾਂ ਦਾ ਸੁਭਾਅ ਦੱਸ ਸਕਦਾ ਹੈ। ਉਹ ਸਭ ਮੈਨੂੰ ਨੇਚਰ ਨੇ ਸਿਖਾਇਆ, ਇੱਥੋਂ ਹੀ ਸਿਖਾਇਆ ਹੈ। ਸੋ ਕੁਦਰਤ ਤੁਹਾਨੂੰ ਸਿਖਾਉਂਦੀ ਹੈ, ਤੁਹਾਡੀ ਮਦਦ ਕਰਦੀ ਹੈ। ਬਸ ਇਹੀ ਕਹਿਣਾ ਚਾਹੂੰਗਾ। ਸਰ, ਗੱਲ ਕਰਦੇ ਆ ਇਦਾਂ ਗੱਲਾਂ ਦੇ ਵਿੱਚ ਤੁਸੀਂ ਆ ਕੁਦਰਤ ਨਾਲ ਤੁਸੀਂ ਗੱਲਾਂ ਬਾਤਾਂ ਕਰਦੇ, ਮੈਂ ਦੇਖਿਆ ਤੁਸੀਂ ਮਹਿਸੂਸ ਕਰਦੇ ਵੀ ਜਿਹੜੀ ਹਵਾ ਉਹ ਕੀ ਕਹਿ ਰਹੀ ਆ, ਪਸ਼ੂ ਪੰਛੀ ਕੀ ਕਹਿ ਰਹੇ ਆ, ਇਹ ਪੱਤੇ ਦੀ ਜੋ ਹਿੱਲ ਆ ਉਹ ਕੀ ਕਹਿ ਰਹੀ ਹੈ ਤੁਹਾਨੂੰ। ਇਸ ਤਰ੍ਹਾਂ ਜੋ ਤੁਹਾਡੇ ਘਰ ਦੀ ਜੋ ਫੈਮਿਲੀ ਆ, ਤੁਸੀਂ ਐਡੀ ਵੱਡੀ ਪੋਸਟ ਨੂੰ ਛੱਡ ਕੇ ਜਦੋਂ ਇਸ ਨੈਚੁਰਲ ਖੇਤੀ ਵੱਲ ਨੂੰ ਪਹੁੰਚੇ ਆ ਤੁਸੀਂ, ਕੀ ਉਹਨਾਂ ਨੇ ਤੁਹਾਡੇ ਬਾਰੇ ਕੋਈ ਕੁਝ ਤੁਹਾਨੂੰ ਕਿਹਾ ਉਹਨਾਂ ਨੇ ਇਸ ਸੰਬੰਧ ਵਿੱਚ? ਦੇਖੋ, ਜਦੋਂ ਤੁਸੀਂ ਲਾਈਨ ਤੋਂ ਹਟ ਕੇ ਕੰਮ ਕਰੋਗੇ ਨਾ, ਤੁਹਾਨੂੰ ਰੁਕਾਵਟਾਂ ਆਉਣਗੀਆਂ। ਤੁਹਾਡਾ ਸਮਾਜ ਵੀ ਵਿਰੋਧ ਕਰੂਗਾ, ਤੁਹਾਡਾ ਪਰਿਵਾਰ ਵੀ ਵਿਰੋਧ ਕਰੂਗਾ। ਉਹ ਸਾਰਾ ਵਿਰੋਧ ਮੈਂ ਝੱਲਿਆ ਹੈਗਾ। ਮੈਂ ਪਰਿਵਾਰਿਕ ਵਿਰੋਧ ਵੀ ਝੱਲਿਆ, ਮੈਂ ਸਮਾਜਿਕ ਵਿਰੋਧ ਵੀ ਝੱਲਿਆ। ਪਰ ਤੁਸੀਂ ਆਪਣੇ ਰਸਤੇ ਤੇ ਚੱਲਦੇ ਜਾਂਦੇ ਹੋ ਤਾਂ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਂਦਾ ਹੈ। ਅੱਜ ਮੇਰਾ ਪਰਿਵਾਰ ਮੇਰੇ ਨਾਲ ਹੈ। ਉਹ ਸਮਾਂ ਸੀ ਜਦੋਂ ਮੇਰਾ ਪਰਿਵਾਰ ਮੇਰਾ ਘੋਰ ਵਿਰੋਧੀ ਸੀ ਕਿ ਤੂੰ ਕਮਲਾ ਹੋ ਗਿਆ ਹੈਗਾ, 1.5-2 ਲੱਖ ਦੀ ਵਕਾਲਤ ਛੱਡ ਕੇ ਤੇ ਖੇਤਾਂ 'ਚ ਟੱਕਰਾਂ ਮਾਰਦਾ ਫਿਰਦਾ। ਅੱਜ ਉਹ ਸਭ ਮੇਰੇ ਨਾਲ ਨੇ। ਸੋ ਸਮਾਂ ਲੱਗਦਾ ਹੈਗਾ,
ਤੇ ਤੁਹਾਡੇ ਜਨੂਨ ਚਾਹੀਦਾ ਹੈ, ਤੁਹਾਡੇ 'ਚ ਤੁਹਾਡਾ ਸਿਦਕ ਕੈਸਾ ਹੈ, ਤੇ ਤੁਹਾਡੇ 'ਚ ਅੱਗ ਕਿਵੇਂ ਹੈ, ਤੁਹਾਡੇ 'ਚ ਅੰਦਰ ਫਾਇਰ ਹੋਣੀ ਚਾਹੀਦੀ ਹੈ, ਤੁਹਾਡੇ ਜਨੂਨ ਹੋਣਾ ਚਾਹੀਦਾ ਹੈ। ਰਸਤੇ ਆਪਣੇ ਆਪ ਠੀਕ ਹੁੰਦੇ ਜਾਂਦੇ ਨੇ। ਸਰ ਇਸ ਦੇ ਨਾਲ ਖੇਤੀ ਦੇ ਨਾਲ ਕੀ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੈ ਘਰ ਦਾ? ਦੇਖੋ, ਇਹ ਸਵਾਲ ਤਾਂ ਜਵਾਬ ਕੋਈ ਸਿੱਧਾ ਸਵਾਲ ਜਵਾਬ ਦੇਣਾ ਔਖਾ ਹੈਗਾ। ਜੇ ਤੁਸੀਂ ਮੈਨੂੰ ਪੁੱਛੋਗੇ ਕਿੰਨੀ ਕੁ ਆਮਦਨ ਮੈਂ ਖੇਤ ਦੇ ਵਿੱਚੋਂ ਲੈ ਲੈਣਾ, ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੈ ਇਸ ਖੇਤ ਦਾ। ਤੁਸੀਂ ਮੇਰੀਆਂ ਨਜ਼ਰਾਂ ਦੇ ਵਿੱਚ, ਜਦੋਂ ਮੈਂ ਵਕੀਲ ਸੀਗਾ, ਤਾਂ ਮੇਰੀਆਂ ਨਜ਼ਰਾਂ ਦੇ ਵਿੱਚ ਐਸੈਟਸ ਜਿਹੜੇ ਹੈਗੇ ਨਾ, ਤੁਹਾਡੀ ਜਾਇਦਾਦ ਹੈਗੀ ਹੈ, ਉਹ ਮੈਂ ਪੈਸੇ ਦੇ ਰੂਪ ਦੇ ਵਿੱਚ ਹੀ ਦੇਖਦਾ ਹੁੰਦਾ ਸੀ ਕਿ ਤੁਹਾਡੇ ਕੋਲੇ ਪੈਸੇ ਕਿੰਨੇ ਆ, ਜ਼ਮੀਨ ਜਾਇਦਾਦ ਕਿੰਨੀ ਹੈ, ਪਲਾਟ ਕਿੰਨੇ ਨੇ, ਇਹ ਤੁਹਾਡੇ ਐਸੈਟਸ ਨੇ। ਜੇ ਹੁਣ ਤੁਸੀਂ ਮੈਨੂੰ ਪੁੱਛੋ ਕਿ ਜਾਇਦਾਦ ਦੀ ਪਰਿਭਾਸ਼ਾ ਕੀ ਹੈ, ਤਾਂ ਹੁਣ ਮੇਰੀਆਂ ਨਜ਼ਰਾਂ ਦੇ ਵਿੱਚ ਜਾਇਦਾਦ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਆਉਂਦੀ ਹੈ, ਤੁਹਾਡੀ ਸਿਹਤ ਹੈ। ਜੇ ਤੁਹਾਡੇ ਕੋਲੇ ਸਿਹਤ ਹੈ ਤਾਂ ਦੂਸਰੀਆਂ ਜਾਇਦਾਦਾਂ ਬਾਅਦ ਦੇ ਵਿੱਚ ਹੈ। ਸੈਕਿੰਡ, ਤੁਹਾਡਾ ਸਮਾਜ ਦੇ ਵਿੱਚ ਰੁਤਬਾ ਕੀ ਹੈ, ਤੁਹਾਨੂੰ ਲੋਕ ਕਿਸ ਨਜ਼ਰਾਂ ਦੇ ਨਾਲ ਦੇਖਦੇ ਨੇ। ਜੇਕਰ ਤੁਹਾਨੂੰ ਲੋਕ ਗਾਲਾਂ ਕੱਢਦੇ ਨੇ ਤੁਹਾਡੀ ਐਬਸੈਂਸ ਦੇ ਵਿੱਚ, ਤਾਂ ਇਹੋ ਜਿਹੇ ਪੈਸੇ ਤੋਂ, ਇਹੋ ਜਿਹੀ ਜਾਇਦਾਦ ਤੋਂ ਕੀ ਲੈਣਾ। ਥਰਡ ਜਾਇਦਾਦ ਤੁਹਾਡੀ ਜਿਹੜੀ ਹੈਗੀ ਹੈ, ਫਿਜ਼ੀਕਲ ਜਿਹੜੀ ਜਾਇਦਾਦ ਜਿਹੜੀ ਹੈ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ, ਉਹ ਮੈਂ ਤੀਸਰੇ ਨੰਬਰ ਤੇ ਗਿਣਦਾ ਹੈਗਾ। ਸਭ ਤੋਂ ਪਹਿਲਾਂ ਤਾਂ ਤੁਹਾਡੀ ਸਿਹਤ ਹੈ। ਸਰ ਜਿਹੜਾ ਤੁਸੀਂ ਇਹ ਫਾਰਮ ਬਣਾਇਆ, ਕਿੰਨਾ ਕੁ ਖਰਚਾ ਹੈ ਤੁਹਾਡਾ ਪਹਿਲਾਂ? ਐਸਾ ਖਰਚਾ ਨਹੀਂ, ਅਸੀਂ ਇਹਨੂੰ ਕੋਈ ਕੈਲਕੂਲੇਸ਼ਨ ਨਹੀਂ ਕੀਤੀ ਜਾ ਸਕਦੀ। ਇਹ ਤਾਂ ਇੱਕ ਮੰਦਿਰ ਗੁਰਦੁਆਰਾ ਹੈਗਾ, ਇਹਦੇ ਵਿੱਚ ਮੇਰਾ ਪਸੀਨਾ ਡੁੱਲਿਆ ਹੋਇਆ। ਹੁਣ ਪਸੀਨੇ ਨੂੰ ਤੁਸੀਂ ਕਾਹਦੇ ਨਾਲ ਕੈਲਕੂਲੇਟ ਕਰੋਗੇ? ਇਹਨੂੰ ਪੈਸਿਆਂ ਦੇ ਨਾਲ ਕੈਲਕੂਲੇਟ ਕੀਤਾ ਹੀ ਨਹੀਂ ਜਾ ਸਕਦਾ।